ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਮਾਨਸ ਖਾਣੇ ਕਰਹਿ ਨਿਵਾਜ, ਛੁਰੀ ਵਗਾਇਨ ਤਿਨ ਗਲ ਤਾਗ। ਤਿਨ ਘਰ ਬ੍ਰਾਹਮਣ ਪੂਰਹਿ ਨਾਦ, ਉਹਨਾਂ ਪੇ ਆਵੈ ਓਈ ਸਾਧ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰਹਿ ਆਹਾਰ। ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ, ਪਿਛਲੇ ਦਿਨਾਂ ਤੋਂ 16ਵੀਂ ਪੌੜੀ ਦੀ ਵਿਚਾਰ ਆਰੰਭ ਹੋਈ ਹੈ। ਇਸ 16ਵੀਂ ਪੌੜੀ ਦੇ ਨਾਲ 2 ਸ਼ਲੋਕ ਨੇ, ਦੋਨੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਕੱਲ੍ਹ ਕੀਤੀ ਹੈ। ਅੱਜ ਦੂਸਰਾ ਸ਼ਲੋਕ ਜਿਹਦਾ ਪਾਠ ਆਪ ਨੇ ਸਰਵਣ ਕੀਤਾ, ਇਹ ਵਿਚਾਰ ਦੇ ਅਧੀਨ ਹੈ। ਕੱਲ੍ਹ ਦੇ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਇਹ ਗੱਲ ਸਮਝਾਈ ਸੀ ਕਿ ਭਲਿਆ ਤੂੰ ਜਿਹੜਾ ਧਰਮ ਦੇ ਨਾਂ 'ਤੇ ਪਖੰਡ ਕਰਦਾ ਹੈ ਨਾ, ਉਸ ਪਖੰਡ ਨੂੰ ਛੱਡ ਦੇ। ਸਤਿਗੁਰੂ ਕਹਿਣ ਲੱਗੇ ਕਿੰਨਾ ਕੁ ਸਮਾਂ ਜਿਹੜਾ ਉਹ ਇਹ ਧਰਮ ਦੇ ਨਾਂ 'ਤੇ ਉੱਤੇ ਲਗਾਤਾਰ ਪਖੰਡ ਕਰਦਾ ਰਹੇਗਾ। ਕੱਲ੍ਹ ਇਹ ਵਚਨ ਵਾਚਿਆ ਸੀ, ਥੋੜ੍ਹਾ ਜਿਹਾ ਦੁਹਰਾਓ ਕਰ ਦੇਵਾਂ ਕਿਉਂਕਿ ਅੱਜ ਇਸੇ ਉਹ ਪਹਿਲੇ ਸ਼ਲੋਕ ਦੀ ਅੱਜ ਦੇ ਨਾਲ ਜੋੜ ਕੇ ਵਿਚਾਰ ਹੋਣੀ ਹੈ। ਕੱਲ੍ਹ ਸਤਿਗੁਰਾਂ ਇਹ ਗੱਲ ਸਮਝਾਈ ਕਿ ਇੱਕ ਖੱਤਰੀ ਜਿਹੜਾ ਹੈ ਉਹ ਕੋਈ ਵੀ ਨਦੀ ਪਾਰ ਕਰਨ ਵਾਸਤੇ ਉੱਤੇ ਜਿਹੜਾ ਕਰ ਟੈਕਸ ਲਾ ਕੇ ਬੈਠਾ ਹੋਇਆ ਹੈ। ਸਤਿਗੁਰੂ ਕਹਿੰਦੇ ਉਹਦੇ ਕੋਲ ਇੱਕ ਬ੍ਰਾਹਮਣ ਆਉਂਦਾ ਹੈ ਗਾਂ ਨੂੰ ਲੈ ਕੇ। ਉਹ ਖੱਤਰੀ ਕਹਿੰਦਾ ਜੀ ਇਹ ਗਾਂ ਦਾ ਵੀ ਟੈਕਸ ਲੱਗੇਗਾ ਅਤੇ ਤੇਰਾ ਵੀ ਟੈਕਸ ਲੱਗੇਗਾ। ਅਤੇ ਬ੍ਰਾਹਮਣ ਕਹਿੰਦਾ ਹੈ ਕਿ ਨਹੀਂ ਭਲਿਆ, ਇਹ ਧਰਮ ਦੀ ਮਾਂ ਹੈ, ਇਹਦਾ ਤਾਂ ਟੈਕਸ ਛੱਡ ਦੇ। ਉਹ ਇਹਨਾਂ ਦੀ ਲੜਾਈ ਦੇ ਵਿੱਚ ਗਾਂ ਜਿਹੜੀ ਉਹ ਗੋਬਰ ਕਰਦੀ ਹੈ। ਸਤਿਗੁਰੂ ਜੀ ਉੱਥੇ ਇਹ ਗੱਲ ਕਹਿੰਦੇ ਨੇ, ਕਹਿੰਦੇ ਉਹਨੇ ਕੀ ਕੀਤਾ, ਗੋਹਾ ਚੁੱਕ ਕੇ ਘਰ ਲੈ ਗਿਆ, ਕਹਿੰਦਾ ਚੌਂਕਾ ਸਾਫ਼ ਕਰਾਂਗੇ। ਫਿਰ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੇ ਉਹਨਾਂ ਨੂੰ ਇਹ ਗੱਲ ਕਹੀ, ਭਲਿਆ ਇੱਕ ਪਾਸੇ ਤੂੰ ਕਹਿੰਦਾ ਕਿ ਗਾਂ 'ਤੇ ਟੈਕਸ ਲੱਗਣਾ ਹੈ, ਦੂਜੇ ਪਾਸੇ ਇਹ ਗੱਲ ਕਹਿੰਦਾ ਹੈ ਕਿ ਜਿਹੜੀ ਗਾਂ ਉਹ ਮੇਰੀ ਧਰਮ ਦੀ ਮਾਂ ਹੈ, ਇਹਦੇ ਗੋਬਰ ਦੇ ਨਾਲ ਚੌਂਕਾ ਸੁੱਚਿਆ ਕਰਾਂਗੇ। ਸਤਿਗੁਰੂ ਕਹਿੰਦੇ ਕਿਹੜੀ ਦੋਗਲੀ ਜ਼ਿੰਦਗੀ ਜਿਉਣਾ ਹੈ, ਕਿਹੜੇ ਵਹਿਮ ਦੇ ਵਿੱਚ, ਕਿਹੜੇ ਪਖੰਡ ਦੇ ਵਿੱਚ ਤੂੰ ਜੀ ਰਿਹਾ ਹੈ। ਇਸ ਕਰਕੇ ਇੱਕ ਕੰਮ ਕਰ, ਛੋ ਡੀਲੇ ਪਾਖੰਡਾ। ਕਹਿੰਦੇ ਉਹ ਪਖੰਡ ਨੂੰ ਤੂੰ ਛੱਡ ਦੇ। ਕਰਨਾ ਕੀ ਹੈ, ਮੈਂ ਸਮਾਪਤੀ 'ਤੇ ਕਿਹਾ ਸੀ, ਨਾਮ ਲਿਆ ਜਾਹੇ ਧਰਨ ਦਾ। ਕਹਿੰਦੇ ਪਖੰਡ ਨੂੰ ਛੱਡ ਦੇ ਅਤੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇ। ਇੱਕ ਗੱਲ ਯਾਦ ਰੱਖਿਓ ਗੁਰਮੁਖੋ, ਗੁਰਸਿੱਖ ਦਾ ਜਿਹੜਾ ਜੀਵਨ ਹੈ ਉਹ ਪਰਮੇਸ਼ਰ ਦਾ ਨਾਮ ਹੈ। ਜੇ ਸਿੱਖ ਨਾਮ ਨਹੀਂ ਨਾ ਜਪਦਾ ਤੇ ਸਾਡਾ ਹਾਲ ਵੀ ਉਹਨਾਂ ਲੋਕਾਂ ਵਾਲਾ ਹੀ ਹੈ। ਕਿਉਂਕਿ ਅੱਜ ਮੈਂ ਇਸੇ ਦੂਸਰੇ ਸ਼ਲੋਕ ਦੀ ਵਿਚਾਰ ਕਰਨੀ ਹੈ ਕਿ ਛੋਡੀਲੇ ਪਖੰਡਾ, ਉਹ ਪਖੰਡ ਕਿਹੜੇ ਨੇ। ਪਰ ਇਹਦਾ ਸ਼ਲੋਕ ਵਾਚਨ ਤੋਂ ਪਹਿਲਾਂ ਮੈਂ ਫਿਰ ਬੇਨਤੀ ਕਰ ਦੇਵਾਂ, ਜੇ ਅਸੀਂ ਨਾਮ ਨਹੀਂ ਜਪਦੇ, ਸਾਡੇ ਕੋਲ ਸਿਧਾਂਤ ਨਹੀਂ, ਤੇ ਸਾਡਾ ਹਾਲ ਵੀ ਉਹ ਪਖੰਡੀਆਂ ਲੋਕਾਂ ਵਾਲਾ ਹੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਸਿੱਖਿਆ ਦਿੰਦੇ ਨੇ। ਅੱਜ ਸਤਿਗੁਰੂ ਦੂਸਰੇ ਸ਼ਲੋਕ 'ਚ ਬਖਸ਼ਿਸ਼ ਕਰਦੇ ਨੇ, ਮਹੱਲਾ ਪਹਿਲਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦੂਸਰਾ ਸ਼ਲੋਕ ਹੈ 16ਵੀਂ ਪੌੜੀ ਦੇ ਨਾਲ। ਇਸ ਸ਼ਲੋਕ ਦੇ ਇਹ ਅੱਧਾ ਪਾਠ ਜਿਹੜਾ ਉਹ ਆਪਾਂ ਸਰਵਣ ਕੀਤਾ। ਮੈਂ ਸਾਰਾ ਸ਼ਲੋਕ ਨਹੀਂ ਪੜ੍ਹਿਆ,
ਉਹਦਾ ਕਾਰਨ ਕਿ ਸਮੇਂ ਦੇ ਹਿਸਾਬ ਦੇ ਨਾਲ ਅੱਜ ਮਸਾਂ ਇਹ ਅੱਧੇ ਕੁ ਸ਼ਲੋਕ ਦੀ ਵਿਚਾਰ ਹੋਣੀ ਹੈ, ਬਾਕੀ ਅੱਧਾ ਸ਼ਲੋਕ ਆਪਾਂ ਕੱਲ੍ਹ ਵਾਚਾਂਗੇ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਮਾਨਸ ਖਾਣੇ ਕਰਹਿ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ। ਮਾਨਸ ਖਾਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਠ ਇੱਕੋ ਵਾਰ ਹੀ ਆਇਆ, ਉਹ ਇੱਥੇ ਹੀ ਆਇਆ ਹੈ। ਮਾਨਸ ਦਾ ਅਰਥ ਹੈ ਮਨੁੱਖ, ਖਾਣੇ ਦਾ ਅਰਥ ਹੈ ਖਾਣ ਵਾਲੇ। ਇਹ ਪਦਸ਼ਦ ਬੀੜਾਂ ਦੇ ਵਿੱਚ ਇਹ ਪਾਠ ਅਲੱਗ-ਅਲੱਗ ਹੈ। ਕੁਝ ਵਿਦਵਾਨ ਇਹਦਾ ਪਾਠ ਮਾਨਸ ਖਾਣੇ ਇਕੱਠਾ ਹੀ ਕਰਦੇ ਨੇ, ਭਾਵ ਆਦਮਖੋਰ ਲੋਕ, ਮਨੁੱਖਾਂ ਨੂੰ ਖਾਣ ਵਾਲੇ। ਪਹਿਲਾਂ ਮੈਂ ਦੋ ਪੰਕਤੀਆਂ ਦੇ ਅੱਖਰੀ ਅਰਥ ਕਰ ਦੇਵਾਂ, ਫਿਰ ਭਾਵ ਅਰਥ ਕਰਾਂਗੇ। ਮਾਨਸ ਖਾਣਾ ਕਰਹਿ ਨਿਵਾਜ। ਸਤਿਗੁਰੂ ਕਹਿਣ ਲੱਗੇ ਮਨੁੱਖਾਂ ਦਾ ਸੁਭਾਅ ਆਦਮਖੋਰ ਹੈ, ਇਹ ਮਨੁੱਖ ਜਾਤੀ ਨੂੰ ਪਏ ਖਾਂਦੇ ਨੇ ਤੇ ਮਸੀਤਾਂ ਦੇ ਵਿੱਚ ਜਾ ਕੇ ਉਹ ਨਮਾਜ਼ ਅਦਾ ਪਏ ਕਰਦੇ ਨੇ। ਅੱਗੇ ਸਤਿਗੁਰੂ ਕਹਿਣਗੇ ਇੱਥੇ ਬਸ਼ਨੀ ਛੁਰੀ ਵਗਾਇਨ ਤਿੰਨ ਗਲ ਤਾਗ। ਕਹਿੰਦੇ ਇਹਨਾਂ ਮਾਨਸ ਖਾਣਿਆਂ ਦੇ ਅੱਗੇ ਜਿਹੜੇ ਅਹਿਲਕਾਰ ਨੇ ਉਹ ਖੱਤਰੀ ਨੇ, ਉਹਨਾਂ ਨੇ ਗਲ ਦੇ ਵਿੱਚ ਧਾਗਾ ਪਾਇਆ ਤੇ ਹੱਥ ਦੇ ਵਿੱਚ ਛੁਰੀ ਫੜੀ ਹੋਈ ਹੈ। ਜਿਹੜੇ ਮਾੜੇ ਮੋਟੇ ਵਿਚਾਰੇ ਰਾਜਿਆਂ ਕੋ ਬਚ ਜਾਂਦੇ ਨੇ, ਰਹਿੰਦੇ ਖੁੰਦੇ, ਇਹ ਇਹਨਾਂ ਨੂੰ ਮਾਰ ਕੇ ਤੇ ਕਿਸੇ ਪਾਸੇ ਲਾ ਦਿੰਦੇ ਨੇ। ਇਹ ਦੋ ਪੰਕਤੀਆਂ ਨੇ, ਇਹਦੇ ਥੋੜ੍ਹੇ ਜਿਹੇ ਪਰਥਾਏ ਮੈਂ ਬੇਨਤੀ ਕਰਨੀ ਹੈ। ਪਹਿਲੀ ਬੇਨਤੀ ਗੁਰਮੁਖੋ, ਸਤਿਗੁਰੂ ਇਹਨਾਂ ਦੋ ਪੰਕਤੀਆਂ 'ਚ ਸਮਝਾ ਰਹੇ ਨੇ, ਕਹਿੰਦੇ ਜੇ ਤੂੰ ਧਰਮ ਦਾ ਬਾਣਾ ਪਾ ਕੇ ਹੱਥ ਦੇ ਵਿੱਚ ਛੁਰੀ ਫੜੀ ਹੋਈ ਹੈ, ਯਾਦ ਰੱਖੀ ਆਪਣੇ ਆਪ ਨੂੰ ਧਰਮੀ ਨਹੀਂ, ਆਪਣੇ ਆਪ ਨੂੰ ਕਸਾਈ ਗਿਣੀ। ਛੁਰੀ ਕਸਾਈ ਦੇ ਹੱਥ ਦੇ ਵਿੱਚ ਹੁੰਦੀ ਹੈ, ਧਰਮੀ ਦੇ ਹੱਥ ਦੇ ਵਿੱਚ ਨਹੀਂ। ਸਤਿਗੁਰੂ ਕਹਿਣ ਲੱਗੇ ਤਿੰਨ ਗਲ ਤਾਗ, ਗਲ ਦੇ ਵਿੱਚ ਧਾਗਾ ਹੈ ਤੇ ਹੱਥ ਦੇ ਵਿੱਚ ਛੁਰੀ ਫੜ ਕੇ ਲੋਕਾਂ ਨੂੰ ਲੁੱਟਦਾ ਪਿਆ ਹੈ, ਮਸੀਤ ਦੇ ਵਿੱਚ ਜਾ ਕੇ ਨਮਾਜ਼ਾਂ ਅਦਾ ਕਰਦਾ ਪਿਆ ਹੈ ਤੇ ਅੰਦਰ ਜਿਹੜੀ ਤੇਰੀ ਬਿਰਤੀ ਉਹ ਮਾਨਸ ਖਾਣੀ ਹੈ, ਲੋਕਾਂ ਨੂੰ ਖਾ ਰਿਹਾ ਹੈ ਤੂੰ। ਇਹਦਾ ਇਉਂ ਅਰਥ ਕਰ ਲਈਏ ਕਿ ਗਲ ਦੇ ਵਿੱਚ ਕਿਰਪਾਨਾਂ ਪਾਈ ਫਿਰਦਾ ਹੈ, ਹੱਥ ਦੇ ਵਿੱਚ ਗਰੀਬ ਮਾਰ ਦੀ ਛੁਰੀ ਫੜੀ ਹੋਈ ਹੈ, ਗੁਰਦੁਆਰੇ ਬਹਿ ਕੇ ਤੂੰ ਬਾਣੀ ਪੜ੍ਹਦਾ ਹੈ, ਮਾफ़ ਕਰਨਾ, ਤੇ ਅੰਦਰ ਬਿਰਤੀ ਮਾਨਸ ਖਾਣੀ। ਇਹ ਮਾਨਸ ਖਾਣੀ ਬਿਰਤੀ ਕੀ ਹੈ, ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਅਰਜ਼ ਕਰ ਦੇਣਾ। ਇਹ ਅੱਖ ਸ਼ਬਦ ਆਇਆ ਜੀ ਮਾਨਸ ਖਾਣੇ। ਮਾਨਸ ਖਾਣੇ ਦਾ ਅੱਖਰੀ ਅਰਥ ਕਰਾਂਗੇ ਆਦਮਖੋਰ, ਭਾਵ ਅਰਥ ਕਰਾਂਗੇ ਮਨੁੱਖਾਂ ਦਾ ਖੂਨ ਪੀਣ ਵਾਲੇ। ਇਹਦੇ ਵਿੱਚ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਇੱਕ ਕਮਿਊਨਿਟੀ ਨੂੰ ਗੱਲ ਨਹੀਂ ਕਰਦੇ, ਕਿਉਂਕਿ ਮੈਂ ਬੜੀ ਵਾਰੀ ਬੇਨਤੀ ਕੀਤੀ ਹੈ ਸਤਿਗੁਰ ਸਭਨਾਂ ਦਾ ਭਲਾ ਮੰਨਣਾ ਇਹਦਾ। ਗੁਰੂ ਸਾਹਿਬ ਜਿੱਥੇ ਗਲਤ ਹੋ ਰਿਹਾ ਉਹਨੂੰ ਗਲਤ ਕਹਿੰਦੇ ਨੇ। ਸਤਿਗੁਰਾਂ ਵਾਸਤੇ ਜਿਹੜਾ ਨਾ ਕੋਈ ਚੰਗਾ ਤੇ ਨਾ ਕੋਈ ਮਾੜਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਇੱਥੇ ਗਲਤ ਨੂੰ ਗਲਤ ਕਿਹਾ ਜਾਂਦਾ ਹੈ। ਹੁਣ ਮਾਨਸ ਖਾਣੇ ਦੀ ਬਿਰਤੀ ਕੀ ਹੈ, ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਵੇਲੇ ਤਿੰਨ ਧਰਮ ਇੱਥੇ ਮੁੱਖ ਪ੍ਰਚਲਿਤ ਨੇ ਤੇ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਮੈਂ ਕੁਝ ਉਦਾਹਰਨਾਂ ਬਾਣੀ 'ਚੋਂ ਦੇਣੀਆਂ। ਸਤਿਗੁਰੂ ਕਹਿਣ ਲੱਗੇ ਇਹਨਾਂ ਤਿੰਨਾਂ ਨੇ ਜਗਤ ਦਾ ਪਾਰ ਉਤਾਰਾ ਕਰਨਾ ਸੀ, ਪਰ ਇਹਨਾਂ ਨੇ ਮਾਨਸ ਖਾਣੀ ਬਿਰਤੀ ਦੇ ਨਾਲ ਸਾਰਿਆਂ ਨੇ ਜਗਤ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਉੱਥੇ ਸਤਿਗੁਰਾਂ ਨੇ ਕਾਜੀ ਦੀ, ਬ੍ਰਾਹਮਣ ਤੇ ਜੋਗੀ ਦੀ ਗੱਲ ਕੀਤੀ। ਕਹਿਣ ਲੱਗੇ ਜਿਹੜਾ ਕਾਜੀ ਹੈ ਉਹਨੇ ਇਨਸਾਫ ਕਰਨਾ ਸੀ। ਇਹ ਜਦੋਂ ਇਸਲਾਮ ਸ਼ੁਰੂ ਹੁੰਦਾ ਹੈ ਨਾ, ਇਸਲਾਮ ਦੇ ਫੈਸਲੇ ਪਹਿਲਾਂ ਖਲੀਫਾ ਕਰਦਾ ਸੀ, ਖਲੀਫੇ ਤੋਂ ਬਾਅਦ ਮੁੱਲਾ ਤੇ ਮੁੱਲਾ ਤੋਂ ਬਾਅਦ ਕਾਜੀ ਨਿਰਧਾਰਤ ਕਰ ਦਿੱਤੇ ਗਏ। ਜਿਵੇਂ ਅੱਜ ਜੱਜ ਫੈਸਲੇ ਕਰਦਾ ਹੈ, ਉਦੋਂ ਕਾਜੀ ਫੈਸਲੇ ਕਰਿਆ ਕਰਦਾ ਸੀ। ਹੁਣ ਇਹ ਕਾਜੀ ਕੀ ਕਰਦਾ ਹੈ, ਸਤਿਗੁਰੂ ਕਹਿਣ ਲੱਗੇ ਕਿ ਜਦੋਂ ਤੇ ਕੋਈ ਆਉਂਦਾ ਹੈ ਤਗੜਾ ਮਨੁੱਖ, ਭਾਵੇਂ ਉਹਨੇ ਜੁਰਮ ਕੀਤਾ ਹੈ, ਕਤਲ ਕੀਤਾ ਹੈ, ਪੈਸੇ ਲੈ ਕੇ, ਰਿਸ਼ਵਤ ਲੈ ਕੇ ਉਹਦੇ ਹੱਕ ਦੇ ਵਿੱਚ ਫੈਸਲਾ ਕਰ ਦਿੰਦਾ ਹੈ। ਤੇ ਜੇ ਕੋਈ ਪੁੱਛਦਾ ਕਿ ਭਲਿਆ ਤੂੰ ਫੈਸਲਾ ਕਿਉਂ ਕੀਤਾ, ਕਹਿਣ ਲੱਗੇ ਇੱਕ ਹੱਥ ਦੇ ਵਿੱਚ ਤਸਬੀਹ, ਇਹ ਮੁਸਲਮਾਨ ਤਸਬੀਹ ਕਹਿੰਦੇ ਆ, ਹਿੰਦੂ ਮਾਲਾ ਕਹਿੰਦੇ ਨੇ। ਕਹਿਣ ਲੱਗੇ ਇੱਕ ਹੱਥ ਦੇ ਵਿੱਚ ਮਾਲਾ ਫੜੀ ਹੋਈ ਹੈ, ਇੱਕ ਹੱਥ ਦੇ ਵਿੱਚ ਕੁਰਾਨ ਹੈ, ਤੇ ਜਦੋਂ ਕੋਈ ਉਸ ਕਾਜੀ ਤੇ ਸਵਾਲ ਕਰਦਾ ਕਿ ਤੂੰ ਗਲਤ ਕੀਤਾ, ਉਸੇ ਵੇਲੇ ਕਹਿ ਦਿੰਦਾ ਨਹੀਂ ਮੇਰੀ ਕੁਰਾਨ ਦੀ ਸ਼ਰ੍ਹਾ ਮੈਨੂੰ ਇਹ ਗੱਲ ਕਹਿ ਰਹੀ ਹੈ। ਸਤਿਗੁਰੂ ਕਹਿੰਦੇ ਜਿਸ ਧਾਰਮਿਕ ਗ੍ਰੰਥ ਨੇ ਸਿੱਧੇ ਰਾਸਤੇ ਪਾਉਣਾ ਸੀ, ਤੂੰ ਉਸੇ ਹੀ ਧਾਰਮਿਕ ਗ੍ਰੰਥ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਲੁੱਟਦਾ ਪਿਆ ਹੈ। ਦੂਸਰੀ ਸਤਿਗੁਰਾਂ ਨੇ ਗੱਲ ਕੀਤੀ ਬ੍ਰਾਹਮਣ ਦੀ। ਕਹਿ ਲਗੇ ਬ੍ਰਾਹਮਣ ਨੇ ਮੰਨ ਲਓ ਹੱਥ ਦੇ ਵਿੱਚ ਛੁਰੀ ਫੜੀ ਹੋਈ ਹੈ, ਇਹ ਇੰਨੀ ਕੁ ਭਿਆਨਕ ਛੁਰੀ ਹੈ, ਇੱਕ ਪਾਸੇ ਕਾਜੀ ਜ਼ੁਬਾਨ ਤੋਂ ਬੋਲ ਕੇ ਰਾਜੇ ਦੇ ਕੋਲੋਂ ਸਜ਼ਾ ਪਿਆ ਦਿਵਾਉਂਦਾ ਹੈ, ਹਾਕਮ ਦੇ ਕੋਲੋਂ ਸਜ਼ਾ ਪਿਆ ਦਿਵਾਉਂਦਾ ਹੈ, ਦੂਜੇ ਪਾਸੇ ਬ੍ਰਾਹਮਣ ਨੇ ਗਰੀਬਾਂ ਨੂੰ ਇੰਨਾ ਕੁ ਲੁੱਟਿਆ ਹੋਇਆ, ਇੰਨਾ ਕੁ ਖੂਨ ਪੀਤਾ ਹੋਇਆ ਹੈ ਕਿ ਉਹਨਾਂ ਨੂੰ ਮਾਨੋ ਛੁਰੀ ਫੜ ਕੇ ਉਹਨਾਂ ਦੇ ਦਿਵਾਲੇ ਹੋਇਆ ਹੋਵੇ। ਤੇ ਜੇ ਕੋਈ ਅੱਗੋਂ ਵਿਚਾਰਾ ਉਹਦੀ ਪਾਠ ਪੂਜਾ ਤਾਂ ਨਾ ਨੁੱਕਰ ਕਰਦਾ ਤੇ ਕਹਿੰਦਾ ਮੈਂ ਤੈਨੂੰ ਸ਼ਰਾਪ ਦੇ ਦਿਆਂਗਾ।
ਇਹ ਵਾਰ ਸ਼ਰਾਪ ਹਿੰਦੂਆਂ ਦੇ ਨੇ। ਉਹ ਕਹਿੰਦਾ ਮੈਂ ਤੈਨੂੰ ਸ਼ਰਾਪ ਦੇ ਦਿਆਂਗਾ, ਤੇਰਾ ਨੁਕਸਾਨ ਹੋ ਜਾਏਗਾ, ਪਰਿਵਾਰ ਦਾ ਨੁਕਸਾਨ, ਬੱਚਿਆਂ ਦਾ ਨੁਕਸਾਨ ਹੋ ਜਾਏਗਾ। ਤੇ ਜਿਹੜਾ ਜੋਗੀ ਹੈ, ਸਤਿਗੁਰੂ ਕਹਿ ਲਗੇ ਜੋਗੀ ਨੇ ਰੱਬ ਦੇ ਨਾਲ ਜੁੜਨ ਦੀ ਜੁਗਤੀ ਦੱਸਣੀ ਸੀ, ਪਰ ਉਹ ਘਰ-ਬਾਰ ਆਪ ਛੱਡ ਕੇ ਬਹਿ ਗਿਆ। ਅੰਨਿਆਂ ਵਾਂਗ ਕਲੰਦਰਾਂ ਦੇ ਵਿੱਚ, ਅੰਨਿਆਂ ਵਾਂਗ ਪਹਾੜਾਂ 'ਚ ਟੱਕਰਾਂ ਮਾਰਦਾ ਫਿਰਦਾ ਹੈ। ਮੈਨੂੰ ਦੱਸ ਤੈਨੂੰ ਜੀਵਨ ਦੀ ਸੋਝ ਕਿੱਥੇ ਮਿਲਣੀ ਸੀ। ਸਤਿਗੁਰੂ ਤਿੰਨਾਂ ਦੀ ਉਦਾਹਰਨ ਦੇ ਕੇ ਕਹਿ ਲਗੇ ਇਹਨਾਂ ਤਿੰਨਾਂ ਨੇ ਹੀ ਬੇੜਾ ਗਰਕ ਕੀਤਾ ਹੋਇਆ ਹੈ। ਉਹ ਅਸੀਂ ਬਚਨ ਪੜ੍ਹਦੇ ਗੁਰੂ ਨਾਨਕ ਸਾਹਿਬ ਦਾ ਜੀ, ਕਾਦੀ ਕੂੜ ਬੋਲ ਮਲ ਖਾਏ। ਇਹ ਝੂਠ ਬੋਲ ਕੇ ਮਾਨੋ ਜਗਤ ਨੂੰ ਖਾਂਦਾ ਪਿਆ, ਪਰਾਈ ਮੈਲ ਪਰਾਇਆ ਹੱਕ ਖਾਂਦਾ। ਕਾਦੀ ਕੂੜ ਬੋਲ ਮਲ ਖਾਏ, ਬਾਮਨ ਨਹਾਵੈ ਜੀਆਂ ਘਾਏ। ਜੋਗੀ ਜੁਗਤ ਨਾ ਜਾਣੈ ਅੰਧ ਤੀਨੈ, ਉਹ ਜਾੜੇ ਕਾ ਬੰਦ। ਇੱਥੇ ਸਤਿਗੁਰੂ ਕਹਿ ਲਗੇ ਮਾਨਸ ਖਾਣੇ। ਕੱਲਾ ਮੈਂ ਮਾਨਸ ਖਾਣੇ ਤੇ ਬੋਲ ਰਿਹਾ। ਇਹ ਇੱਥੇ ਕੱਲਾ ਕਰੇ ਨਿਵਾਜ ਦਾ ਅਰਥ ਨਮਾਜ਼ ਨਹੀਂ ਅਰਥ ਕਰਾਂਗੇ ਕੇਵਲ। ਨਮਾਜ਼ ਦਾ ਅਰਥ ਜੇ ਸੌਖਾ ਕਰਨਾ ਹੋਵੇ ਤੇ ਇਉਂ ਕਰ ਲਾਂਗੇ ਕਿ ਧਾਰਮਿਕ ਰਹੁ ਰੀਤੀਆਂ ਦੇ ਮੁਤਾਬਕ ਪਾਠ ਪਠਨ। ਕਿਉਂਕਿ ਮੁਸਲਮਾਨ ਨਮਾਜ਼ ਕਰਦਾ ਹੈ, ਹਿੰਦੂ ਜਿਹੜਾ ਉਹ ਪੂਜਾ ਕਰਦਾ ਹੈ, ਸਿੱਖ ਗੁਰਬਾਣੀ ਪੜ੍ਹਦਾ ਹੈ। ਪਰ ਜੇ ਪੜ੍ਹਦਿਆਂ ਵੀ ਅੰਦਰ ਦੀ ਬਿਰਤੀ ਤਬਦੀਲ ਨਹੀਂ, ਮੇਰੇ ਸਤਿਗੁਰੂ ਕਹਿੰਦੇ ਇਹ ਤਿੰਨੇ ਹੀ ਮਾਨਸ ਖਾਣੇ ਨੇ। ਮੈਂ ਇੱਕ ਦੋ ਪ੍ਰਮਾਣ ਦੇਈ ਜਾਂਦਾ। ਹੁਣ ਇੱਕ ਤੇ ਮੁਸਲਮਾਨ ਹੈ, ਉਹ ਸਤਿਗੁਰਾਂ ਨੇ ਉਹਦੇ ਬਾਰੇ ਕਿਹਾ, ਕਹਿਣ ਲੱਗੇ ਇਹਨਾਂ ਦਾ ਹਾਲ ਕੀ ਹੈ। ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ 'ਚ ਉਦਾਹਰਨ ਦੇ ਦੇਵਾਂ। ਕਹਿਣ ਲੱਗੇ ਜਿਸ ਵੇਲੇ ਕਲਯੁਗ ਦਾ ਇੰਨਾ ਕੁ ਭਿਆਨਕ ਜ਼ੋਰ ਹੋ ਗਿਆ, ਇੱਥੋਂ ਦੇ ਜਿਹੜੇ ਹਾਕਮ ਨੇ ਉਹਨਾਂ ਨੂੰ ਕੁੱਤੇ ਮੂੰਹੀ ਵਾਲੀ ਆਦਤ ਪੈ ਗਈ, ਕੁੱਤੇ ਮੂੰਹੀ ਆ ਗਈ। ਇਹ ਕੁੱਤੇ ਮੂੰਹੀ ਹੁੰਦਾ ਜੀ, ਇਹ ਕੁੱਤੇ ਦੀ ਭੈੜੀ ਬਿਰਤੀ ਹੈ। ਇੱਕ ਕੁੱਤੇ ਨੂੰ ਤੁਸੀਂ ਰੋਟੀ ਪਾਓਗੇ ਉਹ ਰੋਟੀ ਵੀ ਖਾ ਜਾਂਦਾ ਜੇ। ਕੁੱਤੇ ਨੂੰ ਤੁਸੀਂ ਕੁਝ ਚੰਗਾ ਪਾਓਗੇ ਚੰਗਾ ਖਾ ਜਾਏਗਾ, ਨਹੀਂ ਕੁਝ ਖਾਣ ਨੂੰ ਮਿਲਦਾ ਤੇ ਗੰਦ ਦੇ ਉੱਤੇ ਵਿੱਚ ਵੀ ਮੂੰਹ ਮਾਰ ਲੈਂਦਾ ਹੈ। ਉਹਨੂੰ ਮੌਕਾ ਮਿਲੇ ਉਹ ਚੱਕੀ ਵੀ ਚੱਟ ਜਾਂਦਾ ਹੈ, ਆਟਾ ਵੀ ਖਾ ਜਾਂਦਾ ਹੈ। ਇੰਨੀ ਕੁ ਬਿਰਤੀ ਉਹਦੀ ਜਿਹੜੀ ਭ੍ਰਸ਼ਟ ਹੋ ਚੁੱਕੀ ਹੈ, ਜਿਸ ਪੁੜਾਂ ਨੂੰ ਚੱਕੀ ਦੇ ਪੁੜਾਂ ਨੂੰ ਪਰੋਲੇ ਦੇ ਨਾਲ ਸਾਫ਼ ਕੀਤਾ ਜਾਂਦਾ ਉਹਨੂੰ ਵੀ ਚੁੱਕ ਕੇ ਲੈ ਜਾਂਦਾ ਹੈ। ਜੇ ਹੱਡੀ ਮਿਲ ਜੇ ਹੱਡੀ ਨੂੰ ਵੀ ਚੂਣ ਲੈਂਦਾ ਹੈ, ਗੰਦ ਦੇ ਵਿੱਚ ਵੀ ਮੂੰਹ ਮਾਰ ਲੈਂਦਾ ਹੈ, ਮਾਲਕ ਦੇ ਪੈਰਾਂ ਨੂੰ ਵੀ ਚੱਟਦਾ ਹੈ। ਜਦੋਂ ਕੁੱਤੇ ਨੂੰ ਹਲਕਾ ਪੈ ਜੇ ਉਹ ਮਾਲਕ ਨੂੰ ਵੱਢਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਕੁੱਤੇ ਮੂੰਹੀ ਦਾ ਅਰਥ ਕਰਾਂਗੇ ਜਿਹਦਾ ਧਰਮ ਦਾ ਹੈ ਇਹ ਹੈ ਹੀ ਕੋਈ ਨਹੀਂ, ਜਿਹਦਾ ਅਕੀਦਾ ਕੋਈ ਨਹੀਂ, ਜਿਹੜਾ ਇੱਕ ਗੱਲ ਤੇ ਰਹਿੰਦਾ ਹੀ ਕੋਈ ਨਹੀਂ। ਭਾਈ ਸਾਹਿਬ ਕਹਿ ਲਗੇ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੋਸਾਈ। ਖਾਜ ਦਾ ਅਰਥ ਹੈ ਖਾਣਾ, ਮੁਰਦਾਰ ਦਾ ਅਰਥ ਹੈ ਮੁਰਦਾ, ਭਾਵ ਉਹ ਚੀਜ਼ ਜਿਹਨੂੰ ਖਾਣ ਤੋਂ ਗੁਰੂ ਨੇ ਵਰਜਿਤ ਕੀਤਾ ਸੀ। ਕਹਿੰਦੇ ਉਹ ਸਾਰਾ ਕੁਝ ਖਾਂਦਾ ਪਿਆ। ਜਿਵੇਂ ਕੁੱਤੇ ਨੂੰ ਕੁਝ ਨਹੀਂ ਪਤਾ ਕਿ ਗੰਦ ਖਾਣਾ ਹੈ, ਚੰਗਾ ਖਾਣਾ ਹੈ, ਮੰਦਾ ਖਾਣਾ ਹੈ, ਅੱਜ ਮਨੁੱਖ ਦਾ ਵੀ ਹਾਲ ਇਹੋ ਹੋਇਆ ਪਿਆ ਹੈ। ਤੁਸੀਂ ਵੇਖੋ ਅੱਜ ਪਤਾ ਨਹੀਂ ਕੀ ਸਾਡੇ ਮਨੁੱਖਾਂ ਨੂੰ ਹੋ ਗਿਆ, ਜਿਨ੍ਹਾਂ ਨੇ ਪ੍ਰਸ਼ਾਦੇ, ਜਿਨ੍ਹਾਂ ਨੇ ਚੰਗੇ ਫਲ ਫਰੂਟ ਖਾਣ ਵਾਸਤੇ ਰੱਬ ਨੇ ਜੀਵਨ ਦਿੱਤਾ ਸੀ ਨਾ, ਉਹ ਉਹਨਾਂ ਜੀਵਾਂ ਦਾ ਗਾਣਾ ਦੂਜਾ ਖਾਣਾ ਖਾ ਰਹੇ ਨੇ ਜਿਨ੍ਹਾਂ ਨੂੰ ਬਣਾਇਆ ਹੀ ਰੱਬ ਨੇ ਗੰਦਗੀ ਖਾਣ ਵਾਸਤੇ। ਹੁਣ ਵਿਸਟਾ ਦੇ ਕੀੜੇ ਨੇ ਉਹ ਵਿਚਾਰੇ ਰਹਿੰਦੇ ਵਿਸਟਾ 'ਚ, ਉਹਨਾਂ ਵਿਸਟਾ ਹੀ ਖਾਣੀ ਹੈ। ਕਾਂ ਨੇ ਗੰਦ ਦੇ ਵਿੱਚ ਹੀ ਚੁੰਝ ਮਾਰਨੀ ਹੈ। ਤੇ ਭਲਿਆ ਜੇ ਤੂੰ ਬੰਦਾ ਬਣ ਕੇ ਬੰਦੇ ਵਾਲੇ ਖਾਣੇ ਨਾ ਖਾ ਸਕਿਆ, ਘੱਟੋ ਘੱਟ ਜਾਨਵਰ ਹੀ ਬਣ ਜਾਂਦਾ, ਆਪਣੀ ਖੁਰਾਕ ਤੇ ਪੂਰੀ ਲੈਂਦਾ ਜੇ ਗੰਦਬੰਦ ਹੀ ਖਾਣਾ ਸੀ। ਸਤਿਗੁਰੂ ਕਹਿ ਲਗੇ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਮ ਦੇ ਉਲਟੀ ਵਾੜ, ਖੇਤ ਖਾਓ ਖਾਈ ਮਾਨਸ ਖਾਣੇ ਕਰੇ ਨਿਵਾਜ। ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਮ ਦੇ ਉਲਟੀ ਵਾੜ, ਖੇਤ ਖਾਓ ਖਾਈ। ਪਰਜਾ ਅੰਧੀ ਗਿਆਨ ਵਿਨ, ਕੂੜ ਕੁਸੱਤ ਮੁਖੋਂ ਆ ਲਾਈ। ਕਹਿ ਲਗੇ ਚੇਲੇ ਸਾਜ ਵਜਾਏਂਦੇ ਨੱਚਣ, ਗੁਰੂ ਬਹੁ ਬਿਦ ਭਾਈ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਨਾੜੇ ਜਾਈ। ਅੱਗੇ ਭਾਈ ਸਾਹਿਬ ਲਿਖਦੇ ਕਾਜੀ ਹੋਏ ਰਿਸ਼ਵਤੀ, ਮਾਨਸ ਖਾਣੇ ਕਰੇ ਨਿਵਾਜ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਥ ਗਵਾਈ। ਇਸਤਰੀ ਪੁਰਖ ਹੈ ਦਾਮ ਹਿੱਤ। ਮੈਂ ਪਿਛਲੇ ਦਿਨਾਂ 'ਚ ਅਰਥ ਕੀਤੇ ਸਨ। ਨਾ ਕਿਸੇ ਨੂੰ ਆਪਣੇ ਪਤੀ ਵਰਤਾ ਦਾ ਧਰਮ ਦਾ ਭਰੋਸਾ ਹੈ ਤੇ ਨਾ ਇਸਤਰੀ ਵਰਤਾ ਦਾ ਧਰਮ ਦਾ ਭਰੋਸਾ ਹੈ। ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਥਾਂ ਕੋ ਥਾਂ ਜਾਈ। ਜਿੱਥੇ ਮਰਜੀ ਦੋਵੇਂ ਖੇ ਖਾਂਦੇ ਫਿਰ। ਭਾਈ ਸਾਹਿਬ ਕਹਿਣ ਲੱਗੇ ਇਹ ਕੁੱਤੇ ਮੂੰਹੀ ਜੇ ਮਾਨਸ ਖਾਣੇ ਕਰੇ ਨਿਵਾਜ। ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ। ਭਾਈ ਸਾਹਿਬ ਕਹਿ ਲਗੇ ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਥ ਗਸਾਈ। ਵੱਡੀ ਲੈ ਕੇ ਹੱਕ ਗਵਾਈ। ਕਹਿ ਲਗੇ ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਥਾਂ ਕੋ ਥਾਂ ਜਾਈ। ਵਰਤਿਆ ਪਾਪ ਸਬਸ ਜਗ ਮਾਹੀ, ਮਾਨਸ ਖਾਣੇ ਕਰੇ ਨਿਵਾਜ। ਅਗਲੀ ਬੇਨਤੀ ਕਰਾਂ। ਇੱਕ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਕੱਲ ਆਈ, ਉਹ ਭਾਈ ਸਾਹਿਬ ਨੇ ਲਿਖਿਆ ਕੱਲ ਆਈ ਕੁੱਤੇ ਮੂੰਹੀ। ਗੁਰੂ ਨਾਨਕ ਸਾਹਿਬ ਕਹਿ ਲਗੇ ਕੱਲ ਕਾਤੀ ਰਾਜੇ ਕਾ ਸਾਈ। ਕਹਿੰਦੇ ਕਲਯੁਗ ਮੰਨ ਲਓ ਇੱਕ ਭਿਆਨਕ ਛੁਰੀ ਦੇ ਵਾਂਗ ਬਣ ਕੇ ਆ ਗਿਆ। ਰਾਜੇ ਜਿਹੜੇ ਨੇ ਪਾਪ ਕਰਦੇ ਪਏ ਨੇ, ਮਾਨਸ ਖਾਣੇ ਕਰੇ ਨਿਵਾਜ। ਮਾਨਸ ਖਾਣੇ ਦੇ ਅਰਥ ਆਪਾਂ ਸਪਸ਼ਟ ਕਰ ਲਈਏ, ਸ਼ਬਦ ਸਮਝਣਾ ਸੌਖਾ ਹੋ ਜਾਏਗਾ। ਸਤਿਗੁਰੂ ਕਹਿ ਲਗੇ ਕੱਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ। ਕਹਿੰਦੇ ਧਰਮ ਦੀਦਾ ਹੀ ਕੋਈ ਨਹੀਂ। ਅੱਜ ਸਾਡੇ ਵੀ ਸਮਾਜ ਦੇ ਵਿੱਚ ਸਾਡੇ ਜਿਹੜੇ ਲੀਡਰ ਨੇ, ਇਹ ਅੱਜ ਦੀ ਗੱਲ ਨਹੀਂ,
ਜਦੋਂ ਤੋਂ ਵੀ ਸਿੱਖ ਲੀਡਰ ਬਣਦੇ ਆ ਰਹੇ ਨੇ ਸਾਰੇ ਕਹਿੰਦੇ ਜੀ ਅਸੀਂ ਸ਼ੇਰੇ ਪੰਜਾਬ ਦਾ ਰਾਜ ਲਿਆ ਦਾਂਗੇ, ਸ਼ੇਰੇ ਪੰਜਾਬ ਦਾ। ਮੈਂ ਬੜੀ ਵਾਰ ਇਹ ਗੱਲ ਕਹਿਣਾ ਨਾ, ਤੁਸੀਂ ਸ਼ੇਰੇ ਪੰਜਾਬ ਦੇ ਰਾਜ ਦੀ ਗੱਲ ਕਰਦੇ ਤੇ ਤੁਸੀਂ ਤੇ ਉਹਦੇ ਛਿੱਤਰ ਵਰਗੇ ਬਣ ਵੀ ਨਹੀਂ ਸਕਦੇ। ਚਲੋ ਇੰਨੇ ਸਖਤ ਸ਼ਬਦ ਇਹ ਗੁਰੂ ਦੀ ਹਜ਼ੂਰੀ ਤੇ ਇਹ ਸੱਚਾਈ ਹੈ। ਕਿਤੇ ਮੌਕਾ ਮਿਲਿਆ ਤੇ ਮਹਾਰਾਜੇ ਦੀਆਂ ਆਪਾਂ ਗੱਲਾਂ ਸਾਂਝੀਆਂ ਕਰਾਂਗੇ, ਉਹਦਾ ਜੀਵਨ ਕਿੱਦਾਂ ਦਾ ਸੀ। ਅੱਜ ਦੇ ਸਾਡੇ ਲੀਡਰ, ਕੋਈ ਵੀ ਸਰਕਾਰ ਆ ਜੇ, ਮੈਂ ਇੱਕ ਸਰਕਾਰ ਨੂੰ ਨਹੀਂ ਜਿਹੜਾ ਨਿਸ਼ਾਨਾ ਬਣਾਉਂਦਾ, ਯਾਦ ਰੱਖਿਓ ਜਦੋਂ ਵੀ ਕੋਈ ਰਾਜ ਗੱਦੀ ਤੇ ਬੈਠਦਾ ਹੈ ਨਾ, ਉਹ ਲੋਕਾਂ ਦਾ ਤਕਰੀਬਨ ਕਣ ਕਰਕੇ ਹੀ ਬੈਠਦਾ, ਉਹਨੂੰ ਆਪਣਾ ਦੀਦਾ। ਆਪਾਂ ਇਹ ਪਿਛਲੇ ਦਿਨਾਂ 'ਚ ਵਾਚਿਆ ਸੀ, ਸਤਿਗੁਰੂ ਕਹ ਲਗੇ ਕੱਲ ਕਾਤੀ ਇਹ ਕੱਲ ਆਈ ਕੁੱਤੇ ਮੂੰਹੀ। ਭਾਈ ਸਾਹਿਬ ਨੇ ਲਿਖਿਆ ਕੱਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ। ਕਹਿੰਦੇ ਲੀਡਰ ਦਾ ਕਦੀ ਧਰਮ ਨਹੀਂ ਜੇ ਹੁੰਦਾ। ਜਿਹੜੇ ਲੀਡਰ ਗੁਰੂ ਘਰ ਆਣ ਕੇ ਮੱਥੇ ਟੇਕ ਕੇ ਅਰਦਾਸਾਂ ਕਰਦੇ ਨੇ ਸਾਨੂੰ ਜਿਹੜੀ ਇਹ ਕੁਰਸੀ ਮਿਲ ਜਾਵੇ, ਜਦੋਂ ਪਦਵੀ ਮਿਲਦੀ ਹੈ ਉਹਦੀਆਂ ਹੀ ਸੌਹਾਂ ਝੂਠੀਆਂ ਖਾ ਕੇ ਤੇ ਫਿਰ ਮੁੱਕਰ ਜਾਂਦੇ ਨੇ। ਗੁੜ ਕੇ ਫੜ ਕੇ ਸਹੁੰ ਖਾਧੀ ਜਾਂਦੀ ਹੈ ਨਾ। ਧਰਮ ਪੰਖ ਕਰ ਉੱਡ ਰਿਹਾ, ਕਹਿੰਦੇ ਇਹਨਾਂ ਅੰਦਰੋਂ ਧਰਮ ਉੱਡ ਗਿਆ। ਕੂੜ ਅਮਾਵਸ ਝੂਠ ਦੀ ਰਾਤ ਕਾਲੀ ਬੋਲੀ ਪਈ ਹੋਈ ਹੈ। ਸੱਚ ਚੰਦਰਮਾ, ਸੱਚ ਦਾ ਚੰਦਰਮਾ ਸਤਿਗੁਰੂ ਕਹਿੰਦੇ ਦਿਸੈ ਨਾਹੀ ਕਾਂ ਚੜਿਆ। ਕਹਿੰਦੇ ਮੈਨੂੰ ਕਿਤੇ ਨਜ਼ਰ ਨਹੀਂ ਆਉਂਦਾ, ਕਿਤੇ ਸੱਚ ਇਹਨਾਂ ਲੋਕਾਂ ਦੇ ਵਿੱਚੋਂ ਮਿਲ ਜਾਵੇ, ਇਹਨਾਂ ਰਾਜਿਆਂ ਦੇ ਵਿੱਚੋਂ। ਹਾਂ ਭਾਲ ਵਿਕੁੰਨੀ ਹੋਈ, ਵਿਕੁੰਨੀ ਦਾ ਅਰਥ ਹੈ ਵਿਆਕੁਲ ਹੋਣਾ। ਸਤਿਗੁਰੂ ਕਹਿੰਦੇ ਮੈਂ ਵਿਆਕੁਲ ਹੋ ਕੇ ਤੁਰੀ ਫਿਰਦੀ ਹਾਂ, ਕਿਉਂਕਿ ਮਾਨਸ ਖਾਣੇ ਸਾਰੇ ਹੀ ਆਦਮਖੋਰ ਬਣੇ ਹੋਏ ਨੇ। ਹਾਂ ਭਾਲ ਵਿਕੁੰਨੀ ਹੋਈ ਆਧੇਰ ਹੈ ਰਾਹ ਨਾ ਕੋਈ। ਕਹਿੰਦੇ ਮੈਨੂੰ ਕੋਈ ਵੀ ਇਸ ਕਾਲੀ ਬੋੜੀ ਰਾਤ ਦੇ ਵਿੱਚ ਸਹੀ ਰਸਤਾ ਨਹੀਂ ਲੱਭਦਾ ਪਿਆ, ਕਿਉਂਕਿ ਰਾਜਿਆਂ ਨੇ ਹੀ ਜਿਨ੍ਹਾਂ ਦੀ ਹਿਫਾਜ਼ਤ ਕਰਨੀ ਸੀ ਉਹਨਾਂ ਨੇ ਹੀ ਲੋਕਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਮਾਨਸ ਖਾਣਾ ਕਰੇ ਨਵਾਜ਼। ਪਹਿਲਾਂ ਇੱਕ ਦੋ ਉਦਾਹਰਨਾਂ ਦੇ ਦੇਵਾਂ, ਫਿਰ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਕਰ ਲਾਂਗੇ। ਇੱਕ ਗੁਰੂ ਨਾਨਕ ਸਾਹਿਬ ਦਾ ਹੋਰ ਬਚਨ ਹੈ, ਕਹਿਣ ਲੱਗੇ ਜਿਹੜੇ ਰਾਜੇ ਨੇ ਕਿਉਂ ਮਾਨਸ ਖਾਣੇ ਸਤਿਗੁਰਾਂ ਨੂੰ ਕਿਹਾ। ਸਤਿਗੁਰੂ ਕਹਿਣ ਲੱਗੇ ਇਹਨਾਂ ਦਾ ਸੁਭਾਅ ਇੱਦਾਂ ਦਾ ਹੈ ਜਿਵੇਂ ਇੱਕ ਸ਼ੇਰ ਜੰਗਲ ਦੇ ਵਿੱਚ ਸ਼ਿਕਾਰ ਕਰਦਾ ਹੈ। ਸਤਿਗੁਰਾਂ ਨੇ ਉਹਦੀ ਰੂਪ ਰੇਖਾ ਜਿਹੜੀ ਬਣਾਈ ਨਾ, ਕਹਿਣਗੇ ਜੰਗਲ ਦੇ ਵਿੱਚ ਇੱਕ ਸ਼ੇਰ ਨੇ ਸ਼ਿਕਾਰ ਕੀਤਾ, ਸ਼ਿਕਾਰ ਨੂੰ ਫੜਿਆ, ਕੁਝ ਨੂੰ ਚਬਾੜੇ ਦੇ ਨਾਲ ਪਾੜ ਦਿੱਤਾ, ਕੁਝ ਨੂੰ ਆਪਣੀਆਂ ਨੌਂਦਰਾਂ ਦੇ ਨਾਲ ਫੜ ਕੇ ਪਾੜ ਦਿੱਤਾ। ਕਹਿੰਦੇ ਜਦੋਂ ਸ਼ੇਰ ਸ਼ਿਕਾਰ ਕਰਦਾ ਹੈ ਉਹ ਆਪਣੇ ਲਾਗੇ ਨਾ ਤੇ ਕਿਸੇ ਪੰਛੀ ਨੂੰ ਪਰ ਮਾਰਨ ਦਿੰਦਾ ਹੈ ਤੇ ਨਾ ਹੀ ਕਿਸੇ ਜਾਨਵਰ ਨੂੰ ਲਾਗੇ ਢੁਕਣ ਦਿੰਦਾ। ਕੁੱਤਾ ਵਗੈਰਾ ਕੋਈ ਪੰਛੀ ਸ਼ੇਰ ਦੇ ਲਾਗੇ ਨਹੀਂ ਆਉਂਦਾ। ਸ਼ੇਰ ਇਕੱਲਾ ਸ਼ਿਕਾਰ ਕਰਦਾ ਹੈ। ਉਹਨੇ ਕੁਝ ਨੌਂਦਰਾਂ ਦੇ ਨਾਲ ਸ਼ਿਕਾਰ ਨੂੰ ਪਾੜਿਆ, ਕੁਝ ਨੂੰ ਚਬਾੜੇ ਦੇ ਨਾਲ ਪਾੜ ਕੇ ਦੰਦਾਂ ਦੇ ਨਾਲ ਖਾ ਗਿਆ। ਜਿਸ ਵੇਲੇ ਸ਼ੇਰ ਰੱਜਿਆ, ਸ਼ੇਰ ਸ਼ਿਕਾਰ ਕਰਕੇ ਚਲਾ ਗਿਆ, ਮਗਰ ਜਿਹੜੇ ਸੀ ਜੰਗਲੀ ਕੁੱਤੇ ਆ ਗਏ। ਰਹਿੰਦਾ ਖੁੰਦਾ ਜਿਹੜਾ ਸੀ ਉਹ ਕੁੱਤਿਆਂ ਨੇ ਖਾਣਾ ਸ਼ੁਰੂ ਕਰ ਦਿੱਤਾ। ਜਿਹੜਾ ਖੂਨ ਡੁੱਲਿਆ ਸੀ ਉਹ ਵੀ ਚੱਟਿਆ, ਉਹਨਾਂ ਹੱਡੀਆਂ ਵੀ ਚੱਟੀਆਂ, ਮਾੜਾ ਮੋਟਾ ਮਾਸ ਸੀ ਉਹਨਾਂ ਨੇ ਵੀ ਚੱਟ ਲਿਆ। ਸਤਿਗੁਰੂ ਕਹਿੰਦੇ ਆ ਅੱਜ ਦੇ ਸਮੇਂ ਦੀ ਹਿਸਾਬ ਦੀ ਗੱਲ ਹੈ। ਮਾਨਸ ਖਾਣੇ ਕਹਿੰਦੇ ਜਿਹੜੇ ਰਾਜੇ ਜਿਨ੍ਹਾਂ ਨੇ ਲੋਕਾਂ ਦਾ ਭਲਾ ਕਰਨਾ ਸੀ ਨਾ, ਉਹਨਾਂ ਨੇ ਜਨਤਾ ਨੂੰ ਪਾੜ ਕੇ ਖਾਣਾ ਸ਼ੁਰੂ ਕਰ ਦਿੱਤਾ ਹੋਇਆ। ਜਿਹੜੇ ਉਹਨਾਂ ਦੇ ਅੱਗੇ ਅਹਿਲਕਾਰ ਨੇ, ਸਤਿਗੁਰੂ ਕਹਿੰਦੇ ਉਹ ਉਹਨਾਂ ਕੁੱਤਿਆਂ ਦੇ ਵਾਂਗ ਹੈ। ਕਹਿੰਦੇ ਉਹ ਕੁੱਤਿਆਂ ਦੇ ਵਾਂਗ ਆਣ ਕੇ ਜਿਵੇਂ ਸ਼ੇਰ ਦੀਆਂ ਨੌਂਦਰਾਂ ਪਾੜਦੇ ਨੇ। ਪਹਿਲਾਂ ਰਹਿੰਦਾ ਰਾਜਾ ਲੁੱਟ ਕੇ ਲੈ ਜਾਂਦਾ ਹੈ, ਜਿਹੜਾ ਕੋਈ ਰਾਜੇ ਤੋਂ ਬਚ ਜਾਂਦਾ ਮਾੜਾ ਮੋਟਾ ਰਹਿੰਦਾ ਖੁੰਦਾ ਉਹਨੂੰ ਅਹਿਲਕਾਰ ਲੁੱਟ ਕੇ ਲੈ ਜਾਂਦੇ ਨੇ। ਸਤਿਗੁਰੂ ਕਹਿੰਦੇ ਮਾਨਸ ਖਾਣਾ ਕਰੇ ਨਿਵਾਜ। ਉੱਥੇ ਤੁਸੀਂ ਕੀ ਇਨਸਾਫ ਦੀ ਗੁਹਾਰ ਲਾਓਗੇ? ਉਹ ਸਤਿਗੁਰਾਂ ਦਾ ਬਚਨ ਹੈ ਜੀ। ਰਾਜੇ ਸ਼ੀਂ, ਸ਼ੀਂ ਦਾ ਅਰਥ ਸ਼ੇਰ, ਮੁਕੱਦਮ ਕੁੱਤੇ ਗਾਂ। ਅਹਿਲਕਾਰ ਜਿਹੜੇ ਨੇ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ। ਬੈਠੇ ਸੁੱਤੇ ਲੋਕ ਸੁੱਤੇ ਹੁੰਦੇ ਨੇ, ਆਰਾਮ ਦੇ ਨਾਲ ਭਾਵ ਕਰਾਂਗੇ ਜ਼ਿੰਦਗੀ ਬਤੀਤ ਕਰਦੇ ਨੇ। ਚੰਗੇ ਭਲੇ ਬੈਠੇ ਨੂੰ ਇਹਨੂੰ ਫੜ ਕੇ ਠਾ ਕੇ ਲੈ ਜਾਂਦੇ ਨੇ। ਇੰਨੇ ਪੈਸੇ ਕੱਢ ਕਿੱਥੋਂ ਮਨੁੱਖ ਦੇਵੇਗਾ? ਇਹਨੂੰ ਸੌਖਾ ਸਮਝਾ ਦੇਵਾਂ। ਉੱਤੋਂ ਮੰਤਰੀ ਹੁਕਮ ਕਰਦਾ ਮੈਨੂੰ ਇੰਨਾ ਪੈਸਾ ਚਾਹੀਦਾ ਹੈ। ਥੱਲੇ ਵਿਚਾਰੇ ਜਿਹੜੇ ਅਹਿਲਕਾਰ ਨੇ, ਜਿਹੜਾ ਸਾਡਾ ਪ੍ਰਸ਼ਾਸਨ ਹੈ, ਉਹ ਦਿਨ ਰਾਤ ਲੱਗਾ ਰਹਿੰਦਾ। ਇੱਧਰੋਂ ਪੈਸਾ ਇਕੱਠਾ ਕਰ, ਇੱਧਰੋਂ ਇਕੱਠਾ ਕਰ, ਕਦੀ ਇਹਦਾ ਚਲਾਨ ਕੱਟ, ਕਦੀ ਇਹਦਾ ਕਰ, ਕਦੀ ਇੱਧਰੋਂ ਪੈਸੇ ਖੋ, ਕਦੀ ਇੱਧਰੋਂ ਖੋ। ਸਤਿਗੁਰੂ ਕਹਿੰਦੇ ਕੀ ਹੋ ਰਿਹਾ? ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ। ਬੈਠੇ ਸੁੱਤੇ ਚਾਕਰ ਨਾਂਦਾ ਪਾਇਨ ਕਾਓ ਰਤ ਪਿੱਤ। ਕੁੱਤੇ ਉਹ ਚੱਟ ਜਾਓ। ਕਹਿੰਦੇ ਰਹਿੰਦੀ ਖੁੰਦੀ ਜਿਹੜੀ ਬਚੀ ਹੋਈ ਸੀ ਰਤ ਸੀ, ਜਿਹੜਾ ਮਾੜਾ ਮੋਟਾ ਕਿਸੇ ਦੇ ਕੋਲ ਬਚ ਗਿਆ, ਉਹ ਅਹਿਲਕਾਰ ਖਾ ਜਾਂਦੇ ਨੇ। ਜਿਹਨੂੰ ਸਾਡੇ ਬਜ਼ੁਰਗ ਨਾ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਹੁੰਦੇ ਸਨ ਕਿ ਖਾਧਾ ਪੀਤਾ ਲਾਏ ਦਾ, ਬਾਕੀ ਅਹਿਮਦ ਸ਼ਾਹੇ ਦਾ। ਕਿਉਂਕਿ ਜਿਹੜਾ ਖਾ ਲਿਆ ਉਹ ਤੇ ਪਚ ਗਿਆ, ਸਾਡੇ ਪੇਟ 'ਚ ਚਲਾ ਗਿਆ। ਜਿਹੜਾ ਕੁਝ ਜੋੜਦਾ ਸੀ ਉਹ ਅਹਿਲਕਾਰ ਆਣ ਕੇ ਲੁੱਟ ਕੇ ਲੈ ਜਾਂਦੇ ਸਨ। ਗੁਰੂ ਨਾਨਕ ਸਾਹਿਬ ਅੱਜ ਸਮਝਾ ਰਹੇ ਨੇ, ਕਹਿਣ ਲੱਗੇ ਮਾਨਸ ਖਾਣਾ ਕਰੇ ਨਿਵਾਜ। ਇਹ ਮੈਂ ਮਾਨਸ ਖਾਣੇ ਪਹਿਲਾਂ ਤਾਂ ਇਹ ਮੁਗਲਾਂ 'ਤੇ ਬੋਲਿਆ। ਅਗਲੀ ਬੇਨਤੀ ਕਰਾਂ, ਜਿਹੜਾ ਹਿੰਦੂ ਹੈ ਉਹ ਕੀ ਕਰਦਾ? ਉਹ ਕਿਵੇਂ ਲੁੱਟਦਾ ਜੀ? ਛੁਰੀ ਵਗਾਇਨ ਤਿੰਨ ਗਲ ਤਾਗ। ਉਹਨੇ ਹੱਥ ਦੇ ਵਿੱਚ ਮੰਨ ਲਓ ਛੁਰੀ ਫੜੀ ਹੋਈ ਹੈ, ਗਲ ਦੇ ਵਿੱਚ ਧਾਗਾ ਪਾਇਆ ਹੋਇਆ। ਇੱਕ ਹਥਿਆਰ ਦੇ ਨਾਲ ਲੁੱਟਦਾ, ਇੱਕ ਵਿਚਾਰ ਦੇ ਨਾਲ ਲੁੱਟਦਾ ਹੈ। ਦੋ ਚੀਜ਼ਾਂ ਨੇ। ਮੈਂ ਪਿਛਲੇ ਦਿਨ ਹੀ ਕਿਹਾ ਸੀ, ਕੋਈ ਕਰਪਸ਼ਨ ਕਰਦਾ ਹੈ, ਕੋਈ ਬੰਦਾ ਕਰਪਟ ਹੈ,
कोई रिश्वत मंगदा ਉਹਦੀ ਵੀਡੀਓ ਦੇ ਬਣਾ ਕੇ ਤੁਸੀਂ ਵਾਇਰਲ ਕਰ ਦੋਗੇ, ਉਹਨੂੰ ਤੇ ਫਸਾ ਦੋਗੇ ਕੇਸ ਦੇ ਵਿੱਚ। ਜਿਹੜਾ ਧਰਮ ਦਾ ਬਾਣਾ ਪਾ ਕੇ ਤੁਹਾਨੂੰ ਲੁੱਟਦਾ ਪਿਆ ਉਹਦਾ ਹੱਲ ਕੀ ਕਰੋਗੇ? ਅੱਜ ਸਭ ਤੋਂ ਵੱਧ ਧਰਮੀ ਮਨੁੱਖ ਲੁੱਟਦਾ, ਇਹ ਮੈਂ ਨਹੀਂ, ਇਹ ਗੁਰੂ ਅਰਜਨ ਸਾਹਿਬ ਕਹਿੰਦੇ ਨੇ। ਮੈਂ ਇੱਕ ਸਤਿਗੁਰਾਂ ਦਾ ਬਚਨ ਪੜ੍ਹ ਦਿੰਦਾ। ਕਹਿ ਲਗੇ ਧੋਤੀ ਖੋਲ ਵਿਛਾਏ ਹੇਠ ਗਰਦਪ ਵਾਂਗੂ ਇਹ ਲਾਹੇ ਪੇਟ। ਕਹਿੰਦੇ ਇੱਕ ਬ੍ਰਾਹਮਣ ਉਹ ਕਿਸੇ ਜਜਮਾਨ ਦੇ ਘਰ ਚਲਾ ਗਿਆ, ਘਰ ਜਾ ਕੇ ਉਹਨੇ ਧੋਤੀ ਬੱਧੀ ਹੈ, ਧੋਤੀ ਦਾ ਇੱਕ ਲੜ ਖੋਲ ਕੇ ਤੇ ਥੱਲੇ ਜ਼ਮੀਨ ਤੇ ਵਿਛਾ ਕੇ ਉਹਦੇ ਉੱਤੇ ਬੈਠ ਗਿਆ। ਧੋਤੀ ਖੋਲ ਵਿਛਾਏ ਹੇਠ ਜਦੋਂ ਬੈਠ ਗਿਆ ਤੇ ਫਿਰ ਬ੍ਰਾਹਮਣ ਨੂੰ ਜਿਹੜਾ ਜਜਮਾਨ ਹੈ ਉਹਨੇ ਜੀ ਪਕਵਾਨ ਦਿੱਤੇ। ਤੇ ਯਾਦ ਰੱਖਿਓ, ਅੱਜ ਤੁਸੀਂ ਘਰ ਦੇ ਵਿੱਚ ਗ੍ਰੰਥੀ ਸਿੰਘ ਨੂੰ ਜਾਂ 5 ਸਿੰਘਾਂ ਨੂੰ ਪ੍ਰਸ਼ਾਦਾ ਵਰਜਦੇ ਜੇ ਨਾ, ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਖਵਾ ਦਿਓ, ਪਰ ਉਦੋਂ ਤੁਹਾਡੀ ਮਰਜ਼ੀ ਨੇ, ਉਦੋਂ ਚੰਗੇ ਖਾਣੇ ਇਹਨਾਂ ਲੋਕਾਂ ਨੂੰ ਖਵਾਉਣੇ ਪੈਂਦੇ ਹੁੰਦੇ ਸਨ। ਜੇ ਨਹੀਂ ਸੀ ਖਵਾਉਂਦੇ ਤੇ ਇਹ ਕਦੀ ਸਰਾਪ ਦੇ ਦੇਣਾ, ਕਦੀ ਕੁਛ ਕਹਿ ਦੇਣਾ, ਕਦੀ ਕੁਛ ਕਹਿ ਦੇਣਾ, ਅਗਲੇ ਦੀ ਬੇਇੱਜ਼ਤੀ ਕਰਕੇ ਆਪਣੇ ਘਰ ਆ ਜਾਂਦੇ ਹੁੰਦੇ ਸਨ। ਇਹ ਜਿੱਥੋਂ ਸਾਨੂੰ ਵੀ ਦਿੰਦੇ ਜੀ ਦੰਦ ਕਸਾਈ, ਇਹ ਇਹਨਾਂ ਲੋਕਾਂ ਨੇ ਚਲਾਈ ਹੈ। ਤੇਰਾ ਖਾਣਾ ਖਾਦਾ, ਸਾਨੂੰ ਦੰਦ ਕਸਾਈ ਵੀ ਦੇ, ਸਾਡੇ ਦੰਦ ਕਸਣੇ, ਮਾਇਆ ਵੀ ਲੈ ਕੇ ਆਉਣੀ, ਹਰ ਪਾਸੇ ਲੁੱਟਿਆ ਜਾ ਰਿਹਾ। ਸਤਿਗੁਰੂ ਕਹਿ ਲਗੇ ਛੁਰੀ ਵਗਾਇਨ ਤਿੰਨ ਗਲ ਤਾਗ। ਉੱਥੇ ਗੁਰੂ ਅਰਜਨ ਸਾਹਿਬ ਦਾ ਬਚਨ ਹੈ। ਸਤਿਗੁਰੂ ਕਹਿਣ ਲੱਗੇ ਕਿ ਧੋਤੀ ਵਿਛਾਏ, ਇਹ ਧੋਤੀ ਖੋਲ ਵਿਛਾਏ ਹੇਠ ਗਰਦਬ ਵਾਂਗੂ ਲਾਹੇ ਪੇਟ। ਕਹਿੰਦੇ ਖੋਤ, ਗਰਦਬ ਕਹਿੰਦੇ ਖੋਤੇ ਨੂੰ, ਕਹਿੰਦੇ ਜਿਵੇਂ ਖੋਤਾ ਖਾਈ ਜਾਂਦਾ ਹੈ ਨਾ, ਇਹ ਬਸ ਪੰਡਿਤ ਬਹਿ ਕੇ ਉਹ ਜੋ ਦਈ ਜਾਂਦਾ, ਖੀਰ ਪੂਰੀਆਂ ਦਈ ਜਾਂਦਾ, ਆਪਣੇ ਢਿੱਡ ਦੇ ਵਿੱਚ ਸੁੱਟੀ ਜਾਂਦਾ। ਬਿਨ ਕਰਤੂਤੀ ਨਾ ਮੁਕਤ ਪਾਈਐ, ਮੁਕਤ ਪਦਾਰਥ ਨਾਮ ਧਿਆਈਐ। ਸਤਿਗੁਰੂ ਕਹਿੰਦੇ ਚੰਗੇ ਕੰਮਾਂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਜੇ ਮੁਕਤੀ ਹਾਸਲ ਕਰਨੀ ਹੈ ਤੇ ਯਾਦ ਰੱਖੀ ਤੈਨੂੰ ਪ੍ਰਮਾਤਮਾ ਦਾ ਨਾਮ ਜਪਣਾ ਪੈਣਾ ਹੈ। ਅੱਗੇ ਸਤਿਗੁਰੂ ਕਹਿੰਦੇ ਇਹਦਾ ਹਾਲ ਕੀ ਹੈ? ਕਹਿਣਗੇ ਪੂਜਾ ਤਿਲਕ ਕਰਤ ਇਸ਼ਨਾਨਾ। ਇਹ ਹੁਣ ਜਿਹਦੇ ਘਰ 'ਚ ਗਿਆ ਹੈ ਨਾ ਜਜਮਾਨ ਦੇ, ਉਹਦੇ ਘਰ ਦੇ ਵਿੱਚ ਇਸ਼ਨਾਨ ਕਰਕੇ ਮੱਥੇ ਤੇ ਤਿਲਕ ਲਾ ਕੇ ਗਿਆ, ਜਦੋਂ ਪ੍ਰਸ਼ਾਦਾ ਛਕਦਾ ਹੈ ਉਦੋਂ ਬਹਿ ਕੇ ਪਹਿਲਾਂ ਪੂਜਾ ਕਰੀ ਜਾਂਦੀ। ਇਹ ਇਸ ਸਲੋਕ 'ਚ ਆਉਣਾ ਹੈ, ਇਹ ਆਪਾਂ ਕੱਲ ਵਾਚਾਂਗੇ। ਹੁਣ ਇਸ਼ਨਾਨ ਕਰਕੇ ਗਿਆ, ਤਿਲਕ ਲਾ ਕੇ ਗਿਆ, ਪੂਜਾ ਕਰਕੇ ਪ੍ਰਸ਼ਾਦਾ ਛਕਦਾ। ਪੂਜਾ ਤਿਲਕ ਕਰਤ ਇਸ਼ਨਾਨਾ, ਛੁਰੀ ਕਾਢ ਲੇਵੈ ਹੱਥ ਦਾਨਾ। ਤੇ ਜੇ ਕੋਈ ਦਾਨ ਦਕਸ਼ਨਾ ਦੇ ਵਿੱਚ ਕਮੀ ਰੱਖਦਾ ਹੈ ਤੇ ਅਗਲੇ ਨੂੰ ਕਹਿੰਦਾ ਕਿ ਮੈਂ ਤੇਰਾ ਫੜ ਕੇ ਨੁਕਸਾਨ ਕਰ ਦਿਆਂਗਾ, ਤੈਨੂੰ ਇੰਨੀ ਭੇਟਾ ਰੱਖਣੀ ਪੈਣੀ ਹੈ। ਕਿ ਆਪਾਂ ਕੱਲ ਵੀ ਵਾਚਿਆ ਸੀ, ਪਰਸੋਂ ਵਾਚਿਆ ਸੀ ਸ਼ਾਇਦ, ਕਿ ਇਹ ਮਨੁੱਖ ਜਿਹੜਾ ਇਹ ਲੈ ਭਾਰ ਕਰੇ ਵੀ ਆਹ ਕੱਢ ਕਾਗਲ ਦੱਸੇ ਰਾ। ਇਹਨੂੰ ਮਾਸਾ ਸ਼ਰਮ ਨਹੀਂ ਸੀ ਧਾਰਮਿਕ ਮਨੁੱਖ ਨੂੰ। ਮੈਂ ਇਕੱਲਾ ਬ੍ਰਾਹਮਣ ਨਾ ਕਹਾਂ, ਇਹਨੂੰ ਮਾੜੀ ਮੋਟੀ ਵੀ ਸ਼ਰਮ ਨਹੀਂ ਸੀ। ਜਿੱਥੋਂ ਮਿਲਦਾ ਸੀ ਉੱਥੋਂ ਫੜ ਕੇ ਲੁੱਟੀ ਜਾਂਦਾ ਸੀ। ਅੱਗੇ ਸਤਿਗੁਰੂ ਕਹਿ ਲੱਗੇ ਵੇਦ ਪੜ੍ਹੈ ਮੁਖ ਮਿੱਠੀ ਬਾਣੀ। ਕਹਿੰਦੇ ਆਪਣੀ ਸੁਰੀਲੀ ਆਵਾਜ਼ ਦੇ ਨਾਲ, ਮਿੱਠੀ ਮਧੁਰ ਆਵਾਜ਼ ਦੇ ਨਾਲ ਵੇਦਾਂ ਨੂੰ ਪੜ੍ਹਦਾ ਪਿਆ ਏ। ਪਰ ਕਹਿਣ ਲੱਗੇ ਜੀਆਂ ਕੋਹ ਨਾ ਸੰਗੈ ਪੁਰਾਣੇ। ਕਹਿੰਦੇ ਇਹ ਜੀਵਾਂ ਦਾ ਘਾਤ ਕਰਨ ਲੱਗਿਆ, ਮਾੜੀ ਮੋਟੀ ਵੀ ਸੰਗ ਸ਼ਰਮ ਨਹੀਂ ਕਰਦਾ। ਕਿਉਂ? ਛੁਰੀ ਵਗਾਇਨ ਤਿੰਨ ਗਲ ਤਾਗ। ਇਹ ਦੋ ਅਰਜ਼ ਕਰ ਦਿੱਤੀਆਂ। ਪਹਿਲੀ ਬੇਨਤੀ ਹੈ, ਜਿਹੜੇ ਇਸਲਾਮੀ ਮਤ ਸਨ ਜਾਂ ਮੁਸਲਮਾਨ ਨੇ ਜਾਂ ਹਾਕਮ ਨੇ, ਉਹਨਾਂ ਨੇ ਲੋਕਾਂ ਦਾ ਘਾਣ ਕਰਨਾ ਸ਼ੁਰੂ ਕੀਤਾ ਹੋਇਆ ਹੈ ਤੇ ਮਸੀਤਾਂ ਦੇ ਵਿੱਚ ਜਾ ਕੇ ਨਮਾਜ਼ਾਂ ਪੜ੍ਹਦੇ ਨੇ। ਛੁਰੀ ਵਗਾਇਨ ਤਿੰਨ ਗਲ ਤਾਗ। ਅਗਲੀ ਮੈਂ ਬੇਨਤੀ ਕੀਤੀ ਹੈ, ਜਿਹੜੇ ਬ੍ਰਾਹਮਣ ਨੇ ਉਹਨਾਂ ਦਾ ਹਾਲ ਕੀ ਹੈ ਜੀ? ਉਹ ਵੀ ਲੋਕਾਂ ਦੀ ਛੁਰੀ ਦੇ ਫੜ ਕੇ ਜਿਹੜਾ ਉਹ ਘਾਣ ਪਏ ਕਰਦੇ ਨੇ। ਮੈਂ ਹੁਣ ਤੀਸਰੀ ਬੇਨਤੀ ਕਰ ਦੇਵਾਂ। ਇਹ ਕਈ ਵਾਰੀ ਇੱਦਾਂ ਹੁੰਦਾ ਜਦੋਂ ਦੂਸਰੇ ਦੀ ਗੱਲ ਹੁੰਦੀ ਨਾ, ਅਸੀਂ ਸੁਣ ਕੇ ਬੜੇ ਖੁਸ਼ ਹੁੰਦੇ ਕਿ ਬਾਬੇ ਨੇ ਚੰਗੀ ਫੜ ਕੇ ਛਿੱਲ ਲਾਈ ਹੈ। ਪਰ ਯਾਦ ਰੱਖਿਓ, ਜੇ ਸਿੱਖ ਕਿਸੇ ਦਾ ਪਰਾਇਆ ਹੱਕ ਖਾਂਦਾ ਹੈ, ਗੁਰੂ ਉਹਨੂੰ ਵੀ ਨਹੀਂ ਜੇ ਬਖਸ਼ੇਗਾ। ਜੇ ਮੁਸਲਮਾਨ ਨੂੰ ਸਤਿਗੁਰੂ ਕਹਿ ਰਹੇ ਨੇ ਤੂੰ ਮਾਨਸ ਖਾ ਕੇ ਜਿਹੜਾ ਨਵਾਜ਼ ਕਰਦਾ, ਕਿਸੇ ਲਾਹੇਵੰਦ ਨਹੀਂ। ਗੁਰੂ ਘਰ ਦੇ ਵਿੱਚ ਜੇ ਤੂੰ ਕਿਸੇ ਦਾ ਹੱਕ ਖਾ ਕੇ, ਮੰਨ ਲਓ ਤੇ ਕਿਸੇ ਦਾ 10,000 ਖਾਦਾ, 10,000 ਖਾ ਕੇ, ਜੋ ਸਾਡੀ ਬਿਰਤੀ ਹੈ, ਕਹਿੰਦੇ ਜੀ ਦਸਵੰਧ ਕਰ ਦਿਓ, 1000 ਰੁਪਇਆ ਗੁਰੂ ਦੀ ਗੋਲਕ 'ਚ ਪਾ ਦਿਓ। 10,000 ਖਾ ਕੇ ਮੈਂ ਨਾ, ਤੂੰ 10,000 ਵੀ ਦਸਵੰਧ ਦਾ ਘਟਾ ਦੇ, ਤੇਰਾ 1 ਰੁਪਈਆ ਵੀ ਇੱਥੇ ਪ੍ਰਵਾਨ ਨਹੀਂ ਹੋਣਾ। ਮੈਂ ਇਹ ਇਤਿਹਾਸ ਤੋਂ ਸਾਖੀ ਦੇ ਦੇਣਾ, ਸਮਝਣਾ ਸੌਖਾ ਹੋ ਜਾਏਗਾ ਕਿ ਗੁਰੂ ਸਾਹਿਬ ਸਾਨੂੰ ਜੀਵਨ ਕਿਹੋ ਜਿਹਾ ਦੇਣਾ ਚਾਹੁੰਦੇ ਨੇ। ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਘਟਨਾ ਹੈ। ਆਨੰਦਪੁਰ ਸਾਹਿਬ ਮੈਂ ਕਾਫੀ ਸਮਾਂ ਪਹਿਲਾਂ ਵੀ ਸੁਣਾਈ ਸੀ ਕਿ ਆਨੰਦਪੁਰ ਸਾਹਿਬ ਜਿੱਥੇ ਸਤਿਗੁਰਾਂ ਦਾ ਮਹਿਲ ਹੈ, ਇਹ ਜਿੱਥੇ ਸਤਿਗੁਰਾਂ ਦਾ ਟਿਕਾਣਾ ਹੈ, ਇਹ ਇੱਥੇ ਸਤਿਗੁਰੂ ਚੁਬਾਰੇ ਦੇ ਟਿਕਾਣੇ ਦੇ ਉੱਤੇ, ਆਪਣੇ ਮਹਿਲਾਂ ਦੇ ਵਿੱਚ ਨਾ ਚੁਬਾਰੇ ਦੇ ਉੱਤੇ ਇਹ ਚੜ੍ਹੇ ਹੋਏ ਨੇ। ਭਾਦਰੋਂ ਦਾ ਮਹੀਨਾ ਹੈ ਤੇ ਉਦੋਂ ਤੁਹਾਨੂੰ ਪਤਾ ਭਾਦਰੋਂ ਦੇ ਵਿੱਚ ਕਦੀ ਮੀਂਹ ਪੈ ਗਿਆ, ਕਦੀ ਹਵਾ ਵਗ ਗਈ, ਠੰਡੀ ਠੰਡੀ ਹਵਾ ਵਗਦੀ ਹੈ। ਰਾਤ ਦਾ ਸਮਾਂ ਹੈ ਤੇ ਸਤਿਗੁਰੂ ਕੇਸਾਂ ਦੇ ਵਿੱਚ ਕੰਘਾ ਕਰਦੇ ਨੇ। ਇਹ ਸਿੱਖ ਨੂੰ ਹਦਾਇਤ ਹੈ। ਚਲੋ, ਇਹ ਸਤਿਗੁਰੂ ਕੇਸੀ ਕੰਘਾ ਕਰਦੇ ਪਏ ਨੇ ਤੇ ਇਹਨੇ ਚਿਰ ਨੂੰ, ਕਿਉਂਕਿ ਉਹ ਪਹਾੜਾਂ ਦੇ ਉੱਤੇ ਹੈ ਸਾਰਾ ਕੁਛ ਆਨੰਦਪੁਰ ਸਾਹਿਬ, ਇੰਨੇ ਚਿਰ ਨੂੰ ਨੀਵੇਂ ਪਾਸਿਓਂ ਸਤਿਗੁਰੂ ਕੀ ਦੇਖਦੇ ਨੇ? ਇੱਕ ਇਹ ਦੀਵੇ ਦੀ ਲੋ ਦੇ ਵਿੱਚ ਦੋ ਸਿੱਖ ਆਪਸ ਵਿੱਚ ਝਗੜ ਰਹੇ ਨੇ ਤੇ ਉੱਚੀ ਉੱਚੀ ਆਵਾਜ਼ ਆ ਰਹੀ ਹੈ। ਇਹ ਅਸਲ ਦੇ ਵਿੱਚ ਘਰ ਸੀ ਭਾਈ ਲਾਹੌਰੇ ਦਾ, ਲਾਹੌਰਾ ਸਿੰਘ ਇਹਦਾ ਨਾਮ ਹੈ। ਇਹ ਗੁਰੂ ਘਰ ਦਾ ਖਿਡਾਵਾ ਹੈ। ਇਹ ਸਾਹਿਬਜ਼ਾਦਿਆਂ ਨੂੰ ਖਿਡਾਉਂਦਾ ਸੀ। ਇਹਦੇ ਘਰ ਦੇ ਵਿੱਚ ਇੱਕ ਮੁਨਸ਼ੀ ਆਇਆ, ਜਾਂ ਕਹਿ ਦਿਓ ਇੱਕ ਸ਼ਾਹੂਕਾਰ ਆਇਆ, ਇਹਦਾ ਨਾਮ ਹੈ ਮਾਲਾ ਸਿੰਘ।
होया कि माला सिंह ते लाहौरा सिंह गुरु दे सिख ने। माला सिंह जिहड़ा शाहूकारा करदा है, लाहौरा सिंह नूं किसे समय पैसिਆਂ ਦੀ ਲੋੜ ਪਈ, ਇਹਨੇ माला सिंह दे कोलों आण के ते पैसे जिहड़े से उधारे मंगे, शाहूकार जी मैनूं पैसे दे दिओ। हुण माला सिंह ने गुरु दा सिख जान के ਇਹਦੇ ਕੋਲੋਂ ना तो कोई हुड्डी बनाई, ना कोई लिखत लई, ना कोई चीज़ गहने तराई, कहंदा चल कोई नहीं, तू भी सिख है मैं भी सिख है, जदों होएगा तो उदों वापस कर दे। हुण वो लाहौरा सिंह ने पैसे लैके वरत लए जिथे वरतने सन। शाहूकार सी माला सिंह, इनू थोड़ा जिहा घाटा पै गया, तंगी आई पैसे की, मन च सोचिया तंगी आई है, जो शाहूकार वो कहिंदे जिथों लैणे आपां पैसे लईए। ये माला सिंह लाहौरा सिंह दे घर आया, आण के कहण लगा लाहौरा सिंह मैं तैनूं पैसे दिते सन, रकम दिती सी, अज मैनूं लोड़ है, वो रकम मेरी वापस कर दे। लाहौरा सिंह हुण गुरु घर दा खवडावा है, ये अगों दंदियां कढ़दा है, मखौल करदा, कहंदा किहड़े पैसे वो खाधे पीते गए। जदों ये गल कही माला सिंह कहंदा कोई गल नहीं, खाधे पीते गए, पर मेरे हक दे पैसे सन, मैनूं वापस कर दे। अगों कहंदा हुण गुरबाणी दी ते गुरमत सिद्धांतां दी दुरवरतों करदा, जिन्होंने गुरु नानक साहब कह रहे ना मानस खाने करे नवाज, अज सिख भी गुरमत सिद्धांतां दी दुरवरतों करके ते साडा घाण पिया करदा है। लाहौरा सिंह कहंदा सिख सिख खाए क्या होए, सिख ने सिख दे कोलों खा लिया तो फिर किहड़ी गल है, तू भी गुरु दा सिख है तो मैं भी गुरु दा सिख। माला सिंह कहण लगा तैनूं सिख जान के मैं पैसे दिते सन, याद रखी तैनूं गुरु दे दरबार च लेखा देना पैना है, ते वो पैसे वापस कर दे। अगों बाणी की दुरवरतों करके कहंदा लेखा कोई ना पुछे या हर बख्शन का पाठ गुरबख्शन का, वैसे कहंदा मैनू बख्शण वाला गुरु है, मैं गुरु घर च रहना है, मैनू कौन लेखा पुछदा पिया है। जो ये बाणी की दुरवरतों करके कहंदा कि लेखा कोई ना पुछी, इन्ने चिर नूं ममटी तो खलोते हुए छत ते खड़े हुए धन गुरु कलगीधर पातशाह महाराज जी ने गरजवी आवाज़ दे विच कहा, लाहौरा सिंह याद रखी हक पराया नानका उस सूअर उस गाय गुर पीर हामा तां परे, जा मुरदार ना खाए, मता मन च भुलेखा रखी तू गुरु घर दा खड़ावा है, जे तू पैसा खादा है तो गुरु तेनू बख्शेगा नहीं, तेनू जिहड़ा पाप इहदा हिसाब किताब देना पवेगा। लाहौरा सिंह नूं पता लग गया, गुरु कलगीधर पातशाह की आवाज़ अंदर कंबिया। माला सिंह नूं कहण लगा, कहंदा भरावा सवेरे पैसे तेनू तेरे मिल जाणगे। सवेरे माला सिंह नूं पैसे दिते, गुरु के दरबार च आया। सतगुरु कह लगे लाहौरा सिंह एक गल याद रखी, तू मेरे घर का खिडावा है, पर गुरु नानक के नाँ के उत्ते पैसा खाएगा तो हिसाब तेनू भी देना पएगा, मता भुलेखा रखी तू गुरु दरबार दे विच रहिना। ये गुरु घर का गुरमुख सिद्धांत है। अज की हुंदा एक रागी दे पैसे खा रहा। पिछले समय च बड़ा रौला पिया सी कि कमेटियां रागी दे पैसे खांदियां ने। ठीक है कमेटियां खांदियां ने, वड्डियां वड्डियां साड़ियां श्रोमणी कमेटी वो भी विचों परची कटदियां ने, पर मैं एक बेनती करा, जिहड़े हैड रागी है वो बेचारे सैड वाले तबले वाले दे पल्ले कुछ नहीं पाए, रागी नूं खा रहा है, पाठी नूं खा रहा, ग्रंथी नूं खा रहा, सेवादार सेवा खा रहा, सेवादार नूं खा रहा, प्रधान पूरी दी पूरी गोलकी खा रहा है। तुसीं वेखो ना जिहड़ियां साडे गुरुद्वारे ने, गुरुद्वारियां दा हिसाब नहीं लिया जांदा, कित्थे जांदा संगत धराड़ा तड़ गोलक च पैसे पाउंदी है, कदी हिसाब नहीं मंगिया जांदा। जे मंगिया जांदा है कौन आण के मंगदा, आपे मैं रज्जी पुजी आपे मेरे बचड़े जी ना आपे खा पी के पासे हो जाते हैं, पर इनू गुरु प्रवान नहीं जे करदा। मता गुरु घर च बह के आखो कि असी गुरु घर दे वजीर हाँ तो पैसा खा के किते चले जावांगे। मैं बेनती करा, मैं उदाहरण गुरमुखो देना ना, तुसी दुध नूं क्विंटलों के हिसाब नाल इकट्ठे कर लो, थोड़ी जी खटास पा दो ना, निंबू निचोड़ दो, सारे का सारा दुध फुट जाता है। तुसी किरत कमाई जिहड़ी है वो लखां रुपया की इकट्ठी करके रुपया भी विच बेईमानी का आ गया ना, सारी दी सारी नूं गुरु दुरकार देवेगा, तेरी गुरु घर दे विच जिहड़ी परवान नहीं होनी। पर अज कीता की जांदा है, अज ये नहीं पुछया जाता तेरी माया कित्थों आई है, अज ये नहीं पुछया जाता तेरे पैसे कित्थों ने। चलो आप आने वाले समय दे विच वेखांगे, अज पैसे नूं प्रधानता दित्ती जाती है, ये नहीं वेख्या जाता गरीब दा लहू निचोड़ के। कई साडे ये संगतां चों सवाल करनगे कि भाजी मांस खा लीए कि ना खा लीए। मैं एक बेनती करा, मांस खाण दी ते एक गल वखरी है गुरमुखो, जे तू किसी का हक खाना ना, गुरु तेनों हक भी खाण की आग्या नहीं देंदा। मता तू मन चो भुलेखा रखी, असी 10-10 रुपये बदले सब्जी वालियां नाल लड़ते हैं, 5-5 रुपये बदले रक्शे वालियां नाल लड़ते हैं। उन्हां लोकां दे नाल मनुख लड़दा पिया है जिन्ने खून पसीना बहा के अपने 5 रुपये लेने ने। मैं एक बेनती करदा ना, वो इन्हां नाल ते घट्टो घट्ट ना लड़ो। एक मनुख लखां दी गड्डी ते आउंदा है, एक बेचारा रक्शे दे उत्ते 200-400 दिहाड़ी पाउंदा है, 200-400 दे नाल कोई कोठी नहीं पा सकदा, मसां उहदे परिवार की रोटी का ही गुजारा हुंदा है।
ਤੇ ਤੁਸੀਂ ਉਸ ਗਰੀਬ ਦੇ ਮੂੰਹ ਦੇ ਵਿੱਚੋਂ ਰੋਟੀ ਕੱਢਣ ਨੂੰ ਫਿਰਦੇ ਜੇ। ਤੁਸੀਂ ਆਂਦੇ ਜੇ ਕਿ ਇਹ ਗਰੀਬ ਰੱਜ ਕਿੱਦਾਂ ਗਏ ਨੇ। ਮੈਨੂੰ ਸਮਝ ਨਹੀਂ ਆਉਂਦੀ। ਸਾਡੀਆਂ ਨੌਕਰੀਆਂ ਦੀਆਂ ਤਨਖਾਹਾਂ ਵੱਧਦੀਆਂ ਜਾਣ ਤੇ ਸਾਨੂੰ ਕੋਈ ਪਰਵਾਹ ਨਹੀਂ ਹੈ। ਜੇ ਕੋਈ ਸੇਵਾਦਾਰ ਦੇ ਝੋਲੀ ਦੇ ਵਿੱਚ ਰੁਪਈਆ 100 ਪਾ ਦੇਵੇ ਤੇ ਅਸੀਂ ਕਹਿ ਦਿੰਦੇ ਹਾਂ ਜੀ ਇਹ ਤੇ ਗੁਰੂ ਘਰਾਂ ਤੋਂ ਰੱਜ ਗਏ। ਮੈਂ ਅਕਸਰ ਹੱਸਦਾ ਹੁੰਦਾ ਆਪਣੇ ਸੇਵਾਦਾਰਾਂ ਨਾਲ, ਮੈਂ ਤੁਸੀਂ ਆਖਿਆ ਕਰੋ ਅਸੀਂ ਕੋਠੀਆਂ ਸ਼ੁਰੂ ਕਰਨ ਲੱਗੇ ਹਾਂ। ਇਹ ਸਾਡਾ ਸਾਰੇ ਪਾਸੇ ਇਹ ਹਾਲ ਹੈ ਗੁਰਮੁਖੋ। ਤੁਸੀਂ ਗਰੀਬ ਨੂੰ ਖਾਂਦੇ ਅਸੀਂ ਜਰ ਨਹੀਂ ਸਕਦੇ। ਕਿਤੇ ਵੀ ਵੇਖ ਲਿਓ ਗਰੀਬ ਬੰਦਾ ਕਿਤੇ ਇਹ ਰੋਟੀ ਚੱਜ ਦੀ ਖਾਂਦਾ ਹੋਵੇ ਨਾ। ਮੈਂ ਤਾਂ ਕਈ ਵਾਰੀ ਵੇਖਿਆ ਇੱਕ ਥਾਂ ਤੇ ਮੈਂ ਗੁਰੂ ਘਰ ਦੇ ਵਿੱਚ ਨਾ ਇਹ ਟ੍ਰੇਨਿੰਗ ਤੇ ਸਭ ਬੈਠਾ ਸਾਂ। ਉੱਥੇ ਦਿਹਾੜਾ ਗੁਰੂ ਸਾਹਿਬ ਦਾ ਮਨਾਇਆ ਜਾਂਦਾ ਸੀ 6ਵੇਂ ਪਾਤਸ਼ਾਹ ਦਾ, ਤੇ ਸੰਗਤ ਦੇ ਨਾਲ ਪ੍ਰੇਮ ਬਣ ਗਿਆ। ਤੇ ਉੱਥੇ ਸੀ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਨਾ ਸੰਗਤ ਮੱਖਣ ਤੇ ਜਿਹੜੇ ਮਿੱਸੇ ਪ੍ਰਸ਼ਾਦੇ ਭੇਟਾ ਕਰਦੀ, ਉਸ ਗੁਰਦੁਆਰੇ ਦੀ ਰੀਤ ਹੈ। ਤੇ ਮੈਂ ਮੱਖਣ ਦਾ ਸ਼ੌਕੀਨ ਬੜਾ ਪੇਂਡੂ ਜਿਹਾ ਬੰਦਾ। ਮੈਂ ਉਹਨੂੰ ਪ੍ਰੇਮੀਆਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਠੀਕ ਹੈ ਜਿਹਨੂੰ ਜਿੰਨਾ ਮਰਜ਼ੀ ਮੱਖਣ ਦਿਓ ਪਰ ਮੈਂ ਰੱਜ ਕੇ ਖਾਣਾ ਜੀ। ਕਹਿੰਦੇ ਬਾਬਾ ਜੀ ਠੀਕ ਹੈ। ਪ੍ਰੇਮ ਬਣ ਗਿਆ। ਹਾਣੀ ਸੇਵਾਦਾਰ ਹੁੰਦੇ ਨੇ। ਮੈਂ ਕਵਲਾ ਭਰ ਕੇ ਤੇ ਇੱਕ ਸਾਈਡ ਤੇ ਹੋ ਕੇ ਤੇ ਜਦੋਂ ਪ੍ਰਸ਼ਾਦਾ ਛਕਣ ਲੱਗਾ ਇਹਨਾਂ ਚਿਰ ਨੂੰ ਪ੍ਰਧਾਨ ਆ ਗਿਆ। ਮੈਨੂੰ ਕਹਿੰਦਾ ਵਾਹ ਸ਼ੇਰ ਸਿਆਂ ਅੱਜ ਮੱਖਣ ਖਾਏਗਾ। ਮੈਂ ਮਨ 'ਚ ਸੋਚਿਆ ਭਲਿਆ ਤੂੰ ਫੜ ਕੇ ਤੂੰ ਖਾ ਲਾ। ਮੈਂ ਇੰਨੇ ਮੱਖਣ ਮੈਂ ਕਿਹੜੀ ਜਾ ਕੇ ਛਿੰਝ ਘੁਲਣੀ ਹੈ। ਸਾਡੀਆਂ ਚੋਪੜੀਆਂ ਰੋਟੀਆਂ ਵੀ ਕਈ ਵਾਰੀ ਇਹਨਾਂ ਲੋਕਾਂ ਨੂੰ ਪਚਦੀਆਂ ਪਰਵਾਹ ਨਹੀਂ ਹੁੰਦੀਆਂ। ਯਾਦ ਰੱਖਿਓ ਇਹਨਾਂ 100 ਤੁਹਾਡੇ 100 200 ਰੁਪਏ ਦੇ ਨਾਲ ਕਿਸੇ ਦੀ ਕੋਠੀ ਨਹੀਂ ਪੈਣੀ। ਪਰ ਇੱਕ ਗੱਲ ਯਾਦ ਰੱਖਿਓ, ਤੁਸੀਂ ਕਿਸੇ ਗਰੀਬ ਦਾ ਹੱਕ ਖਾਂਦੇ ਜੇ ਨਾ ਗੁਰੂ ਇਜਾਜ਼ਤ ਨਹੀਂ ਦੇਗਾ, ਲੇਖਾ ਤੁਹਾਨੂੰ ਦੇਣਾ ਪੈਣਾ ਹੈ। ਮੈਂ ਇਹ ਇੱਕ ਇਕੱਲਾ ਕਿਸੇ ਵੱਡੇ ਲੋਕ ਨੂੰ ਨਹੀਂ ਕਰੇ, ਇਹ ਗਰੀਬ ਤੇ ਵੀ ਢੁਕਦਾ ਹੈ ਜੀ। ਜੇ ਇੱਕ ਗਰੀਬ ਵੀ ਕਿਸੇ ਦਾ ਹੱਕ ਮਾਰਦਾ ਹੈ ਨਾ ਉਹਦਾ ਵੀ ਲੇਖਾ ਜਿਹੜਾ ਪੁੱਛਿਆ ਜਾਣਾ ਹੈ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ। ਮੈਂ ਸਮਾਪਤੀ ਵੱਲ ਆਵਾਂ। ਸਤਿਗੁਰ ਕਹਿੰਦੇ ਮਾਨਸ ਖਾਣਾ ਕਰੇ ਨਿਵਾਜ ਬਿਰਤੀ ਮਨੁੱਖਾਂ ਖਾਣੀ। ਆਦਮ ਖੋਰ ਬਣਿਆ ਫਿਰਦਾ ਹੈ, ਲੋਕਾਂ ਦਾ ਹੱਕ ਮਾਰ ਮਾਰ ਕੇ ਖਾਂਦਾ ਫਿਰਦਾ ਹੈ। ਮਸੀਤਾਂ ਦੇ ਵਿੱਚ ਜਾ ਕੇ ਨਮਾਜ਼ ਅਦਾ ਕਰਦਾ। ਮੈਨੂੰ ਦੱਸ ਤੇਰੀ ਨਮਾਜ਼ ਦਾ ਅਰਥ ਕੀ ਹੈ? ਤੈਨੂੰ ਨਮਾਜ਼ ਕੀ ਕਹਿੰਦੀ ਸੀ? ਇਉਂ ਕਹਿ ਦੇਵਾਂ ਗੁਰੂ ਘਰ 'ਚ ਬਹਿ ਕੇ ਤੂੰ ਉੱਚੀ ਉੱਚੀ ਹੇਕਾਂ ਬਾਣੀ ਦੀਆਂ ਲਾਉਣਾ ਹੈ, ਬਾਣੀ ਪੜ੍ਹਦਾ, ਸਿਮਰਨ ਕਰਦਾ ਹੈ, ਪਰ ਕਿਸੇ ਗਰੀਬ ਦੇ ਮੂੰਹ ਦੀ ਰੋਟੀ ਖੋ ਕੇ ਖਾਣਾ ਪਿਆ ਹੈ। ਪਾਠ ਦਾ ਹਿਸਾਬ ਤੇ ਤੈਨੂੰ ਫਲ ਪਰਮਾਤਮਾ ਬਾਅਦ 'ਚ ਦੇਵੇਗਾ, ਪਹਿਲਾਂ ਉਹ ਬੁਰਕੀ ਦਾ ਹਿਸਾਬ ਦੇਣਾ ਪੈਣਾ ਕਿ ਕਿਹੜੇ ਗਰੀਬ ਦੀ ਖੋ ਕੇ ਖਾ ਕੇ ਆਇਆ। ਇਹ ਗੱਲ ਯਾਦ ਰੱਖਿਓ, ਜੀਵਨ ਦੇ ਵਿੱਚ ਪੱਕੀ ਨਿਰਧਾਰਤ ਕਰਕੇ ਰੱਖਿਓ। ਅਸੀਂ ਗੁਰੂ ਘਰ 'ਚ ਚੜਾਵਾ ਦੇ ਕੇ ਪਰਸੋਂ ਤਾਂ ਦਰਗੇ ਪੈਦਾ ਜਾਏ ਦਾ ਜ਼ਿਕਰ ਆਇਆ, ਸਾਨੂੰ ਸਰੋਪਾ ਲੈ ਜਾਂਦੇ ਆ। ਇੱਥੋਂ 10,000 ਹਰਾਮ ਦੀ ਕਮਾਈ ਦਾ ਦੇ ਕੇ ਮਾफ़ ਕਰਨਾ ਤੁਸੀਂ ਸਰੋਪਾ ਲੈ ਜਾਓਗੇ। ਗੁਰੂ ਘਰ 'ਚ ਉਹ 10,000 'ਚੋਂ ਤੁਹਾਡੀ ਚਵਾਨੀ ਵੀ ਪ੍ਰਵਾਨ ਨਹੀਂ ਜੇ ਹੋਣੀ। ਗੁਰੂ ਆਖੇਗਾ ਕਿ ਇੱਥੋਂ ਦਾ ਸਿਧਾਂਤ ਸੀ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਇਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ। ਤੂੰ ਕਿਸੇ ਗਰੀਬ ਦਾ ਮਾਰ ਕੇ ਪੈਸਾ ਤੇ ਲਿਆ ਕੇ ਵੱਡੇ ਵੱਡੇ ਲੰਗਰ ਲਾ ਦੇਵੇਂ, ਇਹ ਕਿੱਥੋਂ ਦਾ ਹਾਲ ਹੈ ਜੀ। ਅੱਜ ਸਾਡੇ ਗੁਰੂ ਘਰ ਹਿੰਦੁਸਤਾਨ ਦੀ ਇਹ ਤਰਾਸਦੀ ਹੈ। ਮੰਦਰ ਵੇਖ ਲਓ, ਮਸਜਿਦਾਂ ਵੇਖ ਲਓ, ਗੁਰਦੁਆਰੇ ਵੇਖ ਲਓ, ਬਹੁਤੇ ਕਬਜ਼ੇ ਕਰਕੇ ਬਣੇ ਹੋਏ ਨੇ। ਤੁਸੀਂ ਬੜੇ ਮੈਂ ਸੋਚਦਾ ਨਾ ਜਿਹੜੇ ਧਾਰਮਿਕ ਅਸਥਾਨ ਨੇ ਹੱਕ ਦੀ ਗੱਲ ਦੱਸਣੀ ਤੁਸੀਂ ਉਹ ਆਪ ਹੀ ਬੇਹੱਕਾ ਚੁੱਕੀ ਫਿਰਦਾ ਹੈ। ਕਿੰਨੇ ਗੁਰਦੁਆਰੇ ਨੇ, ਸਾਡੀਆਂ ਕਿੰਨੀਆਂ ਕਮੇਟੀਆਂ ਨੇ ਜਿਹੜੇ ਥਾਂ ਥਾਂ ਦੇ ਉੱਤੇ ਕਬਜ਼ੇ ਕਰਕੇ ਤੇ ਉਹ ਬੈਠੇ ਹੋਏ ਨੇ। ਮਾफ़ ਕਰਨਾ, ਸਾਡੇ ਬਾਬੇ ਜਿਹੜੇ ਨੇ, ਡੇਰੇਦਾਰ ਜਿਹੜੇ ਨੇ, ਕਾਰ ਸੇਵਾ ਵਾਲੇ, ਉਹ ਕਈ ਵਾਰੀ ਜਦੋਂ ਆ ਕਣਕ ਝੋਨਾ ਆਉਂਦਾ ਨਾ ਘਰਾਂ ਦੇ ਵਿੱਚ ਬੋਰੀਆਂ ਦੀਆਂ ਬੋਰੀਆਂ ਸੁੱਟ ਜਾਂਦੇ ਨੇ। ਉਹ ਜ਼ਬਰਦਸਤੀ ਭਰਾ ਕੇ ਖੜਦੇ ਨੇ, ਤੈਨੂੰ ਭਰਨੀ ਪੈਣੀ। ਉਹ ਵਿਚਾਰੇ ਇਹ ਪਿੰਡਾਂ ਵਾਲਿਆਂ ਨੂੰ ਗਰੀਬਾਂ ਨੂੰ ਭਰਨੀ ਪੈਂਦੀ ਹੈ ਤੇ ਬੋਰੀਆਂ ਵੀ ਕੁਇੰਟਲ ਦੀਆਂ, ਜਿਹਦੀ ਨਿਕਲੀ ਕਿੱਲੇ ਦੇ ਵਿੱਚੋਂ ਇਹ 10 20 18 ਬੋਰੀਆਂ ਨੇ, ਉਹ 2 ਬੋਰੀਆਂ ਤੈਨੂੰ ਦੇ ਦੇਗਾ। ਟੱਬਰ ਕਿੱਥੋਂ ਪਾਲੇਗਾ? ਇਹ ਗੱਲ ਨੂੰ ਬਿਲਕੁਲ ਯਾਦ ਰੱਖਿਓ। ਤੁਸੀਂ ਧਰਮ ਦੇ ਨਾਂ ਦੇ ਉੱਤੇ ਜਾਂ ਕਿਸੇ ਦਾ ਹੱਕ ਪਏ ਖਾਂਦੇ ਜੇ, ਖਾ ਕੇ ਕਹਿੰਦੇ ਜੇ ਮੈਂ ਗੁਰਦੁਆਰੇ ਜਾ ਕੇ ਪਾਠ ਕਰ ਲਾਂਗਾ, ਬਾਣੀ ਪੜ੍ਹ ਲਾਂਗਾ, ਗੁਰੂ ਬਖਸ਼ੇਗਾ ਨਹੀਂ। ਸਤਿਗੁਰੂ ਕਹਿ ਲਗੇ ਮਾਨਸ ਖਾਣਾ ਕਰੇ ਨਿਵਾਜ ਛੁਰੀ ਵਗਾਇਨ। 3 ਗੱਲ ਤਾਗ ਕਹਿੰਦੇ, ਗਲ ਦੇ ਵਿੱਚ ਧਾਗਾ ਪਾਇਆ ਤੇ ਹੱਥ ਦੇ ਵਿੱਚ ਮਾਨੋ ਛੁਰੀ ਫੜੀ ਹੋਈ ਹੈ। ਅੱਜ ਗੁਰੂ ਸਾਹਿਬ ਕਹਿਣ ਲੱਗੇ ਇਹਦੇ ਮੈਂ ਥੋੜ੍ਹੇ ਜਿਹੇ ਅੱਖਰੀ ਅਰਥ ਕਰ ਦੇਣਾ, ਬਾਕੀ ਆਪਾਂ ਕੱਲ੍ਹ ਵਾਚਾਂਗੇ। ਮਾਨਸ ਖਾਣੇ ਦਾ ਅਰਥ ਮੈਂ ਕੀਤਾ ਜੀ ਆਦਮ ਖੋਰ ਲੋਕ, ਉਹ ਲੋਕ ਜਿਹੜੇ ਕਿਸੇ ਦਾ ਹੱਕ ਪਏ ਖਾਂਦੇ ਨੇ, ਮੰਦਰ 'ਚ ਜਾ ਕੇ ਮਸੀਤ ਦੇ ਵਿੱਚ ਜਾ ਕੇ ਨਮਾਜ਼ ਅਦਾ ਕਰਦੇ ਨੇ। ਉਹਨਾਂ ਦੇ ਗਾਂ ਜਿਹੜੇ ਅਹਿਲਕਾਰ ਨੇ, ਹਾਕਮ ਮੁਗਲ ਹੈ, ਉਹਦੀ ਨੌਕਰੀ ਕਰਦਾ। ਇਹ ਕੱਲ੍ਹ ਵੀ ਜ਼ਿਕਰ ਆਇਆ ਸੀ, ਮੁੰਸ਼ੀ ਲੱਗਾ ਉਹ ਖੱਤਰੀ ਹੈ। ਤੇ ਖੱਤਰੀ ਨੇ ਕੀ ਕੀਤਾ? ਜਿਹੜਾ ਹਾਕਮ ਨੇ ਹੁਕਮ ਕੀਤਾ, ਜਿਹੜਾ ਆਪਾਂ ਕੱਲ੍ਹ ਵੀ ਵਾਚਿਆ ਸੀ ਕਿ ਖੱਤਰੀ ਕਹਿੰਦਾ ਕਿ ਤੈਨੂੰ ਟੈਕਸ ਦੇਣਾ ਪੈਣਾ ਹੈ, ਉਹ ਰਹਿੰਦਾ ਖੂੰਦਾ ਹੁਣ ਖੱਤਰੀ ਲੁੱਟਦਾ ਪਿਆ। ਉਹਨੇ ਮਾਨੋ ਗੁਰੂ ਨਾਨਕ ਸਾਹਿਬ ਕਹਿੰਦੇ ਛੁਰੀ ਫੜੀ ਹੋਈ, ਛੁਰੀ ਵਗਾਇਨ। 3 ਗੱਲ ਤਾਗ, ਗੱਲ ਦਾ ਅਰਥ ਗਲੇ ਦੇ ਗਲ ਦੇ ਵਿੱਚ ਉਹਨੇ ਧਾਗਾ ਲਮਕਾਇਆ ਹੋਇਆ ਹੈ। ਧਾਗਾ ਲਮਕਾ ਕੇ ਕਿਵੇਂ ਧਰਮ ਦੇ ਨਾਂ ਦਾ ਪਖੰਡ ਕਰਦਾ, ਇਹਦੀ ਵਿਚਾਰ ਆਪਾਂ ਕੱਲ੍ਹ ਨੂੰ ਸਾਂਝੀ ਕਰਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਮੈਂ ਸਮਾਪਤੀ ਕਰਾਂ। ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਸਿਰਫ ਤੇ ਸਿਰਫ ਸੱਚ ਪ੍ਰਵਾਨ ਜੀ, ਸਿਰਫ ਤੇ ਸਿਰਫ ਸੱਚ ਪ੍ਰਵਾਨ ਹੈ। ਤੁਹਾਡਾ ਭੇਖ ਨਹੀਂ ਜੇ ਮੰਨਿਆ ਜਾਣਾ ਜੇ ਤੁਹਾਡੀ ਕਮਾਈ ਹਰਾਮ ਦੀ ਹੈ, ਜੇ ਜੀਵਨ ਤੁਹਾਡਾ ਕੁਰੈਤਾਂ ਦੇ ਨਾਲ ਭਰਿਆ।
ਇਹ ਗੁਰੂ ਨੂੰ ਪ੍ਰਵਾਨ नहीं होवेगा। अज दा इहो मेरे मन च सी, इसे गल ते मैं जोर दिता कि मानस खाने करे नवाज, जे अंदर लोगों का लहू नचोड़ के पींदा पिया है ना, तो बाहरों तो धर्म के नाँ के उत्ते दुध के भी लंगर लाई जा, असीं लाउने ना दसंबर के महीने दे विच, वो भी प्रवान नहीं होने। तो जे सच्ची सुच्ची किरत कमाई दे नाल किसी गरीब के मूँह दे विच घुट पानी भी पा देना, गुरु उन्होंने भी प्रवान कर लवेगा। सो इस गल नूं असीं जरूर समझिए। इन्नियां बेनतियां प्रवान होईयां, भुलां गलतियां दी खिमा। आओ पावन आरंभक पंक्तियां दा जाप सरवण करके समाप्ति करिए। मानस खाने करहे निवाज, शुरी वगायन तिन गल ताग। वाहिगुरु जी का खालसा, वाहिगुरु जी की फतेह।